इस खुशखबरी का प्रचार समर्था विच कीता जावेगा, तद अंत आवेगा। यही एक रस्ता है जिस नाल तुहाडे कोल ये होवेगा। तुसीं सोचदे हो कि कोई मेरे इस चैलेंज नूं स्वीकार कर सकता है? मैं पिछले 35 सालों तो यह करदा आया हाँ ਅਤੇ एक भी संदेश नूं मनण वाला नहीं जो इस नूं लैण दे योग होवे। मैं उन्हां दी मुर्दा हालत बारे दस्सिया है कि क्यों, ਅਤੇ मैं उन्हां नूं तार उपर ही लटका के नहीं छड्डिया, सगों दस्सिया है कि इसका हल की है। हाँ, ਅਤੇ ਸਾਡੇ ਕੋਲ जवाब है। ਭਾਈਓ, ਮੈਨੂੰ ਤੁਹਾਨੂੰ ਕੁਝ ਦੱਸਣ ਦਿਓ। ਇਹ ਸਾਰੀ ਚੀਜ਼ ਇੱਕ ਮੁਰਦਾ ਜਥੇਬੰਦੀ ਵਾਲੀ ਜਗ੍ਹਾ ਤੇ ਪਹੁੰਚ ਗਈ ਹੈ। ਮੁਰਦਾ ਜਥੇਬੰਦੀ ਵਾਂਗ ਗਿਆਨਵਾਨ ਗੱਲਬਾਤ ਅਤੇ ਬੁੱਧੀਮਾਨੀ ਨਜ਼ਰੀਆ। जी हाँ श्रीमान, टीवी प्रोग्राम, वीडियो प्रोग्राम, दुनियावी ज्ञानवान प्रचार, यही कारण है कि ये सारा कुछ इन्हां थले गिर गया है। बीमार तुसीं इत्थों तक कि उन्हां विचकार परमेश्वर दी आत्मा नूं मंडराउंदा जां हरकत करदा नहीं पा सकदे। ਅਤੇ ਕੀ ਤੁਸੀਂ ਜਾਣਦੇ ਹੋ ਕਿ ਕਿਉਂ ਉਹਨਾਂ ਨੇ ਇਹ ਤੇਜ਼ ਸੰਗੀਤ ਸਭਾਵਾਂ ਦੇ ਵਿੱਚ ਲੈ ਕੇ ਆਉਂਦਾ ਹੈ? ਲੋਕਾਂ ਉੱਪਰ ਆਪਣੀ ਪਕੜ ਬਣਾਈ ਰੱਖਣ ਲਈ। ਕੀ ਤੁਸੀਂ ਜਾਣਦੇ ਹੋ ਕਿ ਕਿਉਂ ਉਹਨਾਂ ਨੇ ਇਹ ਖੇਡਾਂ ਅੰਦਰ ਲੈ ਆਂਦੀਆਂ ਹਨ? ਲੋਕਾਂ ਨੂੰ ਬਿਠਾਈ ਰੱਖਣ ਦੇ ਲਈ। ਉਹਨਾਂ ਨੇ ਜਨਾਹਕਾਰੀਆਂ ਅਤੇ ਹਰਾਮਕਾਰੀਆਂ ਅੰਦਰ ਲੈ ਆਉਂਦੀਆਂ ਹਨ ਤਾਂ ਕਿ ਨੌਜਵਾਨ ਲੋਕਾਂ 'ਤੇ ਦਬਦਬਾ ਰੱਖਿਆ ਜਾ ਸਕੇ, ਜਦ ਕਿ ਪਰਮੇਸ਼ਵਰ ਦੇ ਨਬੀ ਨੇ ਖੇਡਾਂ ਨੂੰ ਉੱਚੀ ਆਵਾਜ਼ ਨਾਲ ਰੱਦ ਕੀਤਾ ਹੈ। ਉਹਨੇ ਆਖਿਆ, ਜੇਕਰ ਮੇਰੇ ਬੱਚੇ ਖੇਡਾਂ ਵਿੱਚ ਸ਼ਰੀਕ ਹੋਣਗੇ, ਮੈਂ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿਆਂਗਾ। ਇਹੀ ਹੈ ਜੋ ਨਬੀ ਨੇ ਕਿਹਾ। ਸੋ ਹੁਣ ਇਸ ਮੁਰਦਾ ਸਥਿਤੀ ਦੇ ਕਾਰਨ ਉਹਨਾਂ ਨੇ ਕਲੀਸਿਆ ਵਿੱਚ ਸੰਸਾਰਕ ਸੰਗੀਤ ਲੈ ਆਉਂਦਾ ਹੈ। ਉਹਨਾਂ ਨੇ ਵਾਪਸ ਗਲਤ ਪ੍ਰਕਾਰ ਦੇ ਕੱਪੜੇ ਲੈ ਆਉਂਦੇ ਹਨ। ਉਹਨਾਂ ਨੇ ਲੋਕਾਂ ਨੂੰ ਕਾਬੂ ਵਿੱਚ ਰੱਖਣ ਲਈ ਖੇਡਾਂ ਦੀ ਇਜਾਜ਼ਤ ਦਿੱਤੀ ਹੈ, ਕਿਉਂਕਿ ਉਹਨਾਂ ਨੇ ਉਸ ਦਰਸ਼ਨ ਨੂੰ ਨਹੀਂ ਫੜਿਆ ਜਿਹੜਾ ਨਬੀ ਨੇ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਣ ਸੰਬੰਧੀ ਦੱਸਿਆ ਸੀ। ਮੁਰਦਾ ਲੋਕਾਂ ਦਾ ਜੱਥਾ, ਤੁਸੀਂ ਉਹਨਾਂ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਲੱਭ ਨਹੀਂ ਸਕਦੇ। ਇਹ ਪਿੱਤਲ ਦੇ ਵਾਂਗ ਹੈ। ਉਹਨਾਂ ਵਿੱਚੋਂ ਕੁਝ ਕਲੀਸਿਆਵਾਂ ਲੱਗਦਾ ਹੈ ਕਿ ਉਸ ਵੱਡੇ ਯੂਨੀਵਰਸਲ ਚਰਚ ਦੇ ਵਿੱਚ ਜਾ ਰਹੀਆਂ ਹਨ। ਕੋਈ ਆਤਮਾ ਨਹੀਂ, ਕੋਈ ਆਨੰਦ ਨਹੀਂ, ਕੋਈ ਦਿਲ ਤੋਂ ਗਾਉਣਾ ਨਹੀਂ ਹੈ। ਸੰਦੇਸ਼ ਇੰਨਾ ਥੱਲੇ ਚਲਾ ਗਿਆ ਹੈ ਅਤੇ ਹੁਣ ਉਹ ਪ੍ਰਚਾਰ ਕਰਨ ਸੰਬੰਧੀ ਦਾਅਵੇ ਕਰਦੇ ਹਨ। ਉਹ ਮਹਾਨ ਅਧਿਕਾਰ ਨੂੰ ਕਿਤਾਬਾਂ ਅਤੇ ਟੇਪਾਂ ਦੁਆਰਾ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਹਿੰਦੇ ਹਨ ਕਿ ਮਹਾਨ ਅਧਿਕਾਰ ਪੂਰਾ ਹੋ ਰਿਹਾ ਹੈ। ਉਹ ਬਾਹਰ ਸੰਦੇਸ਼ ਨੂੰ ਬਗੈਰ ਸਮਰੱਥਾ ਤੋਂ ਲਿਜਾ ਰਹੇ ਹਨ ਅਤੇ ਇਸ ਨੂੰ ਮਹਾਨ ਅਧਿਕਾਰ ਕਹਿੰਦੇ ਹਨ। ਮੈਂ ਕਹਿੰਦਾ ਹਾਂ ਕਿ ਇਹ ਗਲਤ ਹੈ। ਆਪਣੀ ਇਸ ਮੁਰਦਾ ਹਾਲਤ ਵਿੱਚ ਤੁਸੀਂ ਦਾਅਵਾ ਕਰ ਰਹੇ ਹੋ ਕਿ ਤੁਸੀਂ ਖੁਸ਼ਖਬਰੀ ਨੂੰ ਅਗਾਹਾਂ ਲਿਜਾ ਕੇ ਮਹਾਨ ਅਧਿਕਾਰ ਨੂੰ ਪੂਰਾ ਕਰ ਰਹੇ ਹੋ। ਪਰ ਮੁੱਢੋਂ ਅਜਿਹਾ ਨਹੀਂ ਸੀ। 1960 ਸਨ। ਉਹਨਾਂ ਨੇ ਸ਼ੁਰੂ ਵਿੱਚ ਤਦ ਤੱਕ ਇੰਤਜ਼ਾਰ ਕੀਤੀ ਜਦ ਤੱਕ ਉੱਪਰੋਂ ਹਨੇਰੀ ਵਾਂਗ ਗੂੰਜ ਨਾ ਆਈ। ਉਹ ਸਮਰੱਥਾ ਨਾ ਆਈ ਜਿਸ ਨੇ ਉਹਨਾਂ ਦੀ ਜ਼ਿੰਦਗੀ ਦਾ ਪੂਰਾ ਨਕਸ਼ਾ ਹੀ ਬਦਲ ਦਿੱਤਾ ਅਤੇ ਕਿਸੇ ਅਜਿਹੀ ਚੀਜ਼ ਨਾਲ ਬੇਦਾਰ ਕਰ ਦਿੱਤਾ ਜਿਸ ਨੇ ਸੰਸਾਰ ਵਿੱਚ ਪ੍ਰਚਾਰ ਕੀਤਾ। ਕਿਸ ਤਰ੍ਹਾਂ ਅਸੀਂ ਇਹਨੂੰ ਪੜ੍ਹਨ ਦੁਆਰਾ, ਲਿਖਣ ਦੁਆਰਾ ਅਤੇ ਗਣਿਤ ਵਿਦਿਆ ਦੁਆਰਾ ਕਰ ਸਕਦੇ ਹਾਂ। ਯਿਸੂ ਨੇ ਕਿਹਾ, ਸਾਰੇ ਸੰਸਾਰ ਵਿੱਚ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ, ਨਾ ਕਿ ਸਿਖਾਉਣਾ, ਪੜ੍ਹਨਾ, ਲਿਖਣਾ ਅਤੇ ਅੰਕ ਗਣਿਤ। ਖੁਸ਼ਖਬਰੀ ਦਾ ਪ੍ਰਚਾਰ ਕਰੋ। ਖੁਸ਼ਖਬਰੀ ਕੀ ਹੈ? ਖੁਸ਼ਖਬਰੀ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਣ ਹੈ। ਅਗਲੇ ਸ਼ਬਦਾਂ ਦਾ ਪਿੱਛਾ ਕਰੋ ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਚਿੰਨ੍ਹ ਹੋਣਗੇ। ਭਾਈ ਬ੍ਰੈਨਮ ਉਸ ਗੱਲ ਦੇ ਵਿਰੋਧ ਵਿੱਚ ਲੜਿਆ ਜੋ ਉਹਨਾਂ ਨੇ ਕਬੂਲ ਕਰ ਲਈ ਸੀ। ਜਦੋਂ ਨਬੀ ਆਇਆ, ਉਹਨਾਂ ਉਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਖੁਸ਼ਖਬਰੀ ਸਮਰੱਥਾ ਵਿੱਚ ਨਹੀਂ ਬਲਕਿ ਸਿਰਫ ਵਚਨ ਵਿੱਚ ਹੀ ਜਾਣੀ ਚਾਹੀਦੀ ਹੈ। ਭਾਈ ਬ੍ਰੈਨਮ ਸ਼ੁਰੂ ਤੋਂ ਆਖਿਰ ਤੱਕ ਇਸ ਦੇ ਵਿਰੋਧ ਵਿੱਚ ਲੜਿਆ। ਹੁਣ ਮਲਾਕੀ 4 ਦੇ ਮੰਨਣ ਵਾਲਿਆਂ ਨੇ ਪਿੱਛੇ ਮੁੜ ਕੇ ਤੇ ਜਥੇਬੰਦੀਆਂ ਤੋਂ ਇਸ ਅਸਲੀ ਨਮੂਨੇ ਦੇ ਬਦਲ ਨੂੰ ਉਧਾਰ ਵਜੋਂ ਲੈ ਲਿਆ ਹੈ ਤਾਂ ਕਿ ਸਾਰੇ ਸੰਸਾਰ ਵਿੱਚ ਖੁਸ਼ਖਬਰੀ ਨੂੰ ਪਹੁੰਚਾਇਆ ਜਾਵੇ। ਕੀ ਮੈਂ ਇੱਥੇ ਆਵਾਂ ਤੇ ਤੁਹਾਡੇ ਨਾਲ ਝੂਠ ਬੋਲਾਂ ਕਿ ਖੁਸ਼ਖਬਰੀ ਸਾਰੇ ਸੰਸਾਰ ਵਿੱਚ ਜਾ ਰਹੀ ਹੈ ਅਤੇ ਅੰਤ ਜਲਦੀ ਹੋਣ ਵਾਲਾ ਹੈ ਅਤੇ ਅਸੀਂ ਰੈਪਚਰ ਵਿੱਚ ਜਾ ਰਹੇ ਹਾਂ? ਨਹੀਂ, ਮੈਂ ਇੱਕ ਧੋਖੇਬਾਜ਼ ਹੋਵਾਂਗਾ। ਇਹ ਉਹ ਖੁਸ਼ਖਬਰੀ ਦਾ ਬਾਹਰ ਜਾਣਾ ਨਹੀਂ ਹੈ, ਪਰੰਤੂ ਤੁਸੀਂ ਅਸਲੀ ਖੁਸ਼ਖਬਰੀ ਨੂੰ ਸਮਰੱਥਾ ਵਿੱਚ ਜਾਂਦਿਆਂ ਦੇਖਣ ਜਾ ਰਹੇ ਹੋ। ਹੁਣ ਇੱਕ ਹੋਰ ਆਤਮਾ ਦਾ ਵਹਾਇਆ ਜਾਣਾ ਹੋਣ ਜਾ ਰਿਹਾ ਹੈ। ਜਿਹੜੀਆਂ ਗੱਲਾਂ ਹੁਣ ਇਸ ਧਰਤੀ 'ਤੇ ਵਾਪਰ ਰਹੀਆਂ ਹਨ ਉਸ ਦਾ ਜਵਾਬ ਇਹੀ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਬਾਰਿਸ਼ ਪੂਰਬ ਵਿੱਚ ਹੋਣ ਜਾ ਰਹੀ ਹੈ, ਜਿੱਥੇ ਅਸੀਂ ਇਹਨਾਂ ਪਿਛਲੇ ਸਾਰੇ ਸਾਲਾਂ ਤੋਂ ਦੇਖ ਰਹੇ ਹਾਂ। ਇਹ ਸਾਡਾ ਨਿੱਜੀ ਵਿਸ਼ਵਾਸ ਹੈ ਅਤੇ ਸਾਡੇ ਕੋਲ
ਵਚਨ ਦੇ ਵਿੱਚ ਕਾਫੀ ਹਵਾਲੇ ਹਨ ਅਤੇ ਸਾਡੇ ਕੋਲ ਇਸ ਤੇ ਵਿਸ਼ਵਾਸ ਕਰਨ ਦੇ ਲਈ ਭਵਿੱਖਬਾਣੀ ਹੈ। ਮੇਰਾ ਵਿਸ਼ਵਾਸ ਹੈ ਕਿ ਇਹ ਆਤਮਾ ਦਾ ਵਹਾਇਆ ਜਾਣਾ ਪੂਰਬੀ ਅਮਰੀਕਾ ਵਿੱਚ ਹੋਵੇਗਾ। ਉੱਥੇ ਠੀਕ ਪੂਰਬੀ ਅਮਰੀਕਾ ਦੀ ਧਰਤੀ ਵਿੱਚ ਇੱਕ ਮਹਾਨ ਬਿਦਾਰੀ ਸ਼ੁਰੂ ਹੋਵੇਗੀ ਅਤੇ ਉੱਥੋਂ ਇਹ ਬਿਦਾਰੀ ਥੱਲੇ ਵੱਲ ਕੈਲੀਫੋਰਨੀਆ ਨੂੰ ਪਾਰ ਕਰੇਗੀ ਅਤੇ ਕੈਲੀਫੋਰਨੀਆ ਦੇ ਡੁੱਬਣ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਆਖਰੀ ਗਵਾਹੀ ਦੇਵੇਗੀ। ਦੋਸਤੋ, ਪ੍ਰਭੂ ਕੈਲੀਫੋਰਨੀਆ ਨੂੰ ਉਸੇ ਤਰ੍ਹਾਂ ਡੁਬਾਉਣ ਨਹੀਂ ਜਾ ਰਿਹਾ ਹੈ। ਇੱਕ ਪੀੜ੍ਹੀ ਬੀਤ ਗਈ ਹੈ ਜਦੋਂ ਤੋਂ ਨਬੀ ਉਹਨਾਂ ਲੋਕਾਂ ਨਾਲ ਲੜਿਆ ਹੈ। ਬੱਚੇ ਜਨਮ ਲੈ ਚੁੱਕੇ ਹਨ, ਛੋਟੇ ਬੱਚੇ ਆਪਣੀ ਜ਼ਿੰਮੇਵਾਰ ਦੀ ਉਮਰ ਤੱਕ ਪਹੁੰਚ ਗਏ ਹਨ, ਜਿਨ੍ਹਾਂ ਨੇ ਖੁਸ਼ਖਬਰੀ ਨੂੰ ਨਹੀਂ ਸੁਣਿਆ, ਜਿਹੜੇ ਭਾਈ ਬ੍ਰੈਨਹਮ ਨੂੰ ਨਹੀਂ ਜਾਣਦੇ, ਜਿਨ੍ਹਾਂ ਨੇ ਕਦੇ ਸੰਦੇਸ਼ ਨੂੰ ਰੱਦ ਨਹੀਂ ਕੀਤਾ। ਜੀ ਸ਼੍ਰੀਮਾਨ, ਉਹ ਖੁਸ਼ਖਬਰੀ ਨੂੰ ਸੁਣਨਗੇ। ਠੀਕ ਪੂਰਬ ਵਿੱਚ ਉੱਥੇ ਇੱਕ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਹੋਣ ਜਾ ਰਿਹਾ ਹੈ ਅਤੇ ਇੱਕ ਅਮਰੀਕਾ ਦੀ ਧਰਤੀ ਨੂੰ ਪਾਰ ਕਰਕੇ ਠੀਕ ਇਹ ਪੱਛਮ ਵੱਲ ਜਾਵੇਗਾ, ਕੈਲੀਫੋਰਨੀਆ ਦੇ ਗਰਕ ਹੋਣ ਤੋਂ ਪਹਿਲਾਂ। ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀਆਂ ਕੌਮਾਂ ਵਿੱਚ ਸਾਖੀ ਦੇ ਲਈ ਹੋਵੇਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਪਰਮੇਸ਼ਰ ਕੈਲੀਫੋਰਨੀਆ 'ਚ ਹਰ ਇੱਕ ਨੂੰ ਬਚਾਉਣ ਜਾ ਰਿਹਾ ਹੈ, ਮੈਨੂੰ ਗਲਤ ਨਾ ਸਮਝੋ। ਮੈਂ ਇਹ ਕਹਿ ਰਿਹਾ ਕਿ ਅਮਰੀਕਾ ਦੇ ਵਿੱਚੋਂ ਇੱਕ ਸਾਖੀ ਦੇ ਲਈ ਇਹ ਹੋਣ ਜਾ ਰਿਹਾ ਹੈ। ਉਹਨਾਂ ਦੇ ਕੋਲ ਆਖਰੀ ਗਵਾਹੀ ਹੋਣ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਨਬੀ ਵਿਲੀਅਮ ਮੈਰੀਅਨ ਬ੍ਰੈਨਹਮ ਨੂੰ ਰੱਦ ਕਰ ਦਿੱਤਾ ਹੈ। ਉਹ ਆਖਰੀ ਗਵਾਹੀ ਪ੍ਰਾਪਤ ਕਰਨਗੇ ਇਸ ਤੋਂ ਪਹਿਲਾਂ ਕਿ ਪ੍ਰਭੂ ਅਮਰੀਕਾ ਉੱਪਰ ਬਰਬਾਦੀ ਲਿਆਵੇ। ਇਹ ਅਮਰੀਕਾ ਦੇ ਵਿੱਚ ਕੋਈ ਮਹਾਨ ਮੁਕਤੀ ਦੇ ਲਈ ਨਹੀਂ ਹੋਣ ਜਾ ਰਹੀ, ਉਹਨਾਂ ਦਾ ਆਪਣਾ ਦਿਨ ਸੀ। ਹੁਣ ਜੇਕਰ ਤੁਸੀਂ ਉੱਥੇ ਤੀਜੀ ਖਿੱਚ ਨੂੰ ਰੱਖ ਸਕਦੇ ਹੋ ਤਾਂ ਤੁਸੀਂ ਕੁਝ ਹੁੰਦਾ ਵੇਖੋਗੇ। ਤੀਜੀ ਖਿੱਚ ਨਾਸ਼ ਹੋਏ ਲੋਕਾਂ ਦੇ ਲਈ ਹੈ ਅਤੇ ਇਹ ਕਲੀਸਿਆ ਦੇ ਲਈ ਵੀ ਹੈ। ਸੋ ਤੀਜੀ ਖਿੱਚ ਪੂਰੀ ਤਰ੍ਹਾਂ ਨਾਸ਼ ਹੋਏ ਲੋਕਾਂ ਦੇ ਗਵਾਹੀ ਦੇ ਲਈ ਸਮਰੱਥਾ ਵਿੱਚ ਹੋਣ ਜਾ ਰਹੀ ਹੈ। ਹਰ ਕੋਈ ਜਿਨੇ ਨਬੀ ਬ੍ਰੈਨਹਮ ਨੂੰ ਸੁਣਿਆ, ਹਰ ਕੋਈ ਜਿਨੇ ਸੰਦੇਸ਼ ਨੂੰ ਸੁਣਿਆ, ਹਰ ਕੋਈ ਜਿਨੇ ਦਿਲਾਂ ਦੇ ਵਿਚਾਰ ਪੜ੍ਹਦੇ ਸੁਣਿਆ, ਹਰ ਕੋਈ ਜਿਹੜਾ ਨਬੀ ਦੇ ਕਰੀਬ ਆਇਆ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਣ ਨੂੰ ਦੇਖਿਆ ਪਰ ਤੁੱਛ ਜਾਣਿਆ ਤੇ ਰੱਦ ਕੀਤਾ, ਉਹ ਅਮਰੀਕਾ ਵਿੱਚ ਸਰਾਪੀ ਹੈ। ਉਹ ਨਾਸ਼ ਹਨ, ਉਹ ਦੰਡ ਦੇ ਯੋਗ ਹਨ। ਵਿੱਚੇ ਉਹ ਸਾਰੇ ਇਵੈਂਜਲਿਸਟ ਜਿਹੜੇ ਉਸ ਦੀ ਸੇਵਕਾਈ ਦੇ ਅਧੀਨ ਬੈਠੇ ਰਹੇ, ਉਹ ਸਾਰੇ ਕੁੱਤੇ ਜਿਨ੍ਹਾਂ ਪੈਸੇ ਇਕੱਠੇ ਕੀਤੇ, ਉਹ ਸਾਰੇ ਪ੍ਰਚਾਰਕ ਜਿਹੜੇ ਸੋਚਦੇ ਸਨ ਕਿ ਉਹ ਭਾਈ ਬ੍ਰੈਨਹਮ ਦੇ ਬਰਾਬਰ ਹਨ ਪਰ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮੇ ਨੂੰ ਰੱਦ ਕੀਤਾ, ਸਮੇਂ ਦੇ ਸੰਦੇਸ਼ ਨੂੰ ਮੰਨਣ ਤੋਂ ਇਨਕਾਰੀ ਹੋ ਗਏ, ਉਹ ਨਾਸ਼ ਹਨ। ਉਹਨਾਂ ਵਿੱਚੋਂ ਹਰ ਕੋਈ ਅਤੇ ਉਹ ਆਪਣੀ ਆਖਰੀ ਗਵਾਹੀ ਪ੍ਰਾਪਤ ਕਰਨ ਜਾ ਰਹੇ ਹਨ। ਉਹ ਖੁਸ਼ਖਬਰੀ ਨੂੰ ਜ਼ਰੂਰ ਸੁਣਨਗੇ ਅਤੇ ਉਹਨਾਂ ਨੇ ਫੈਸਲਾ ਕਰਨਾ ਹੈ ਜਾਂ ਕਰਨਗੇ। ਪਰੰਤੂ ਇਸ ਕੌਮ ਦੇ ਉੱਪਰ ਇੱਕ ਘਮੰਡੀ ਰੂਹ ਦੇ ਕਾਰਨ, ਜਨਾਹਕਾਰੀ ਵਾਲਾ ਜੀਵਨ ਗੁਜ਼ਾਰਨ ਦੇ ਕਾਰਨ ਅਤੇ ਉਹਨਾਂ ਸਾਰੇ ਦੁਸ਼ਟ ਪੁਣ ਦੇ ਕੰਮਾਂ ਦੇ ਕਾਰਨ ਜਿਨ੍ਹਾਂ ਨੇ ਇਸ ਕੌਮ ਨੂੰ ਦਬਾਇਆ ਹੋਇਆ ਹੈ, ਸਿਰਫ ਕੁਝ ਲੋਕ ਹੀ ਬਚਾਏ ਜਾਣਗੇ ਔਰ ਇਹ ਬਿਦਾਰੀ ਅਮਰੀਕਾ ਵਿੱਚ ਬਹੁਤ ਦੇਰ ਤੱਕ ਨਹੀਂ ਰਹੇਗੀ। ਪਰਮੇਸ਼ਰ ਦੇ ਬੰਦੇ ਨੇ ਕਿਹਾ ਕਿ ਇਹ ਇੱਥੇ 2 ਕੁ ਹਫ਼ਤੇ ਵਿੱਚ ਜਾਵੇਗੀ ਕਿਉਂਕਿ 6 ਮਹੀਨੇ ਦੇ ਵਿੱਚ ਇਹਨੇ ਪੂਰੀ ਧਰਤੀ ਨੂੰ ਢੱਕ ਲੈਣਾ ਹੈ। ਤਦ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਰਹਿੰਦੇ ਹੋਏ ਉਹ ਮੈਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਖੁਸ਼ਖਬਰੀ ਨੂੰ ਪੂਰੇ ਸੰਸਾਰ ਅੰਦਰ ਲੈ ਕੇ ਜਾ ਰਹੇ ਹਨ ਅਤੇ ਪਰਮੇਸ਼ਰ ਦੀ ਸ਼ਕਤੀ ਦੇ ਇਨਕਾਰੀ ਹਨ। ਤੁਸੀਂ ਮੈਨੂੰ ਇਸ ਦਾ ਵਿਸ਼ਵਾਸ ਨਹੀਂ ਕਰਵਾ ਸਕਦੇ। ਖੁਸ਼ਖਬਰੀ ਦਾ ਪ੍ਰਚਾਰ ਪਵਿੱਤਰ ਆਤਮਾ ਦੀ ਸਮਰੱਥਾ ਅਤੇ ਪ੍ਰਮਾਣ ਵਿੱਚ ਹੋਣਾ ਜ਼ਰੂਰੀ ਹੈ। ਅਤੇ ਠੀਕ ਹੁਣ ਮੈਂ ਤੁਹਾਨੂੰ ਮਲਾਕੀ 4 ਦੇ ਮੰਨਣ ਵਾਲਿਆਂ ਦੇ ਨਾਲ ਜੋ ਸਮੱਸਿਆ ਹੈ ਉਹ ਤੁਹਾਨੂੰ ਦੱਸਣ ਜਾ ਰਿਹਾ ਹਾਂ। ਸਮੱਸਿਆ ਇਹ ਹੈ ਕਿ ਉਹਨਾਂ ਨੇ ਸੰਦੇਸ਼ ਨੂੰ ਸਾਰੇ ਸੰਸਾਰ ਵਿੱਚ ਲਿਜਾਣ ਦੇ ਲਈ ਮਿਸ਼ਨਾਂ ਜਥੇਬੰਦੀਆਂ ਦਾ ਤਰੀਕਾ ਗ੍ਰਹਿਣ ਕੀਤਾ ਹੋਇਆ ਹੈ ਅਤੇ ਉਹਨਾਂ ਨੇ ਭਾਈ ਬ੍ਰੈਨਹਮ ਦੀ ਗੱਲ ਨੂੰ ਰੱਦ ਕਰ ਦਿੱਤਾ ਹੈ ਕਿ ਸੰਦੇਸ਼ ਨੂੰ ਸਮਰੱਥਾ ਅਤੇ ਪ੍ਰਮਾਣ ਵਿੱਚ ਲਿਜਾਣ ਦੇ ਲਈ ਪ੍ਰਭੂ ਦੀ ਉਡੀਕ ਕਰਨੀ। ਇਸ ਸਾਰੇ ਸੰਦੇਸ਼ ਦਾ ਦਰਸ਼ਨ ਜਦੋਂ ਤੋਂ ਭਾਈ ਬ੍ਰੈਨਹਮ ਨੇ ਇਹਦਾ ਪ੍ਰਚਾਰ ਕੀਤਾ ਹੈ ਉਹ ਇਹ ਹੈ ਕਿ ਹਰ ਕਿਸੇ ਨੂੰ ਆਪਣੇ ਮੂੰਹਾਂ ਭਾਰ ਡਿੱਗਣਾ ਚਾਹੀਦਾ ਹੈ, ਰੋਣਾ ਅਤੇ ਚਲਾਉਣਾ, ਆਪਣੇ ਆਪ ਨੂੰ ਪਵਿੱਤਰ ਕਰਨਾ, ਵਿਆਕੁਲਤਾ ਦੀ ਹਾਲਤ ਵਿੱਚ ਆਉਣਾ ਚਾਹੀਦਾ ਹੈ ਜਦ ਤੱਕ ਪ੍ਰਭੂ ਪਵਿੱਤਰ ਆਤਮਾ ਦੀ ਬਾਰਿਸ਼ ਦੇ ਨਾਲ ਨਹੀਂ ਆਉਂਦਾ ਅਤੇ ਕਲੀਸਿਆ ਨੂੰ ਇੱਕ ਦਸਤੂਰ ਵਿੱਚ ਨਹੀਂ ਰੱਖਦਾ ਤਾਂ ਕਿ ਖੁਸ਼ਖਬਰੀ ਸਾਰੇ ਸੰਸਾਰ ਵਿੱਚ ਪਹੁੰਚਾਈ ਜਾਵੇ। ਇਹ ਦਰਸ਼ਨ ਹੈ ਔਰ ਇਹ ਦਰਸ਼ਨ ਬਦਲਿਆ ਨਹੀਂ ਹੈ। ਹਰ ਕੋਈ ਜਿਹੜਾ ਇਸ ਸੰਦੇਸ਼ ਦੇ ਪਿੱਛੇ ਚੱਲਦਾ ਹੈ ਪਰ ਉਹਨੇ ਇਹ ਦਰਸ਼ਨ ਫੜਿਆ ਹੋਇਆ ਨਹੀਂ ਹੈ ਜਿੱਥੇ ਉਹਨਾਂ ਦੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਇੱਕ ਹੋਰ ਪਵਿੱਤਰ ਆਤਮਾ ਦੀ ਬਾਰਿਸ਼ ਦਾ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਅਤੇ ਕਲੀਸਿਆ ਵਿੱਚ ਆਉਣਾ ਜ਼ਰੂਰੀ ਹੈ। ਉਸਨੇ ਮਲਾਕੀ 4 ਦੇ ਸੰਦੇਸ਼ ਨੂੰ ਗਵਾ ਲਿਆ ਹੈ।
ਮੂਸਾ ਦਾ ਸਭ ਤੋਂ ਮਹੱਤਵਪੂਰਨ ਦਰਸ਼ਨ ਵਾਅਦਾ ਕੀਤੀ ਧਰਤੀ ਵਿੱਚ ਪਹੁੰਚਣਾ ਸੀ। ਹਰ ਕੋਈ ਜਿਨਨੇ ਇਸ ਦਰਸ਼ਨ ਗਵਾਇਆ ਉਹ ਉਜਾੜ ਵਿੱਚ ਹੀ ਨਾਸ਼ ਹੋ ਗਿਆ। ਭਾਈ ਬ੍ਰਾਹਨਮ ਨੇ ਕਿਹਾ ਕਿ ਉਸ ਦਾ ਸਭ ਤੋਂ ਮਹੱਤਵਪੂਰਨ ਸੰਦੇਸ਼ ਟੋਕਨ ਹੈ। ਇਹ ਟੋਕਨ ਕਿਉਂ ਸੀ? ਇਹ ਟੋਕਨ ਪਵਿੱਤਰ ਆਤਮਾ ਦੀ ਬਾਰਿਸ਼ ਦੇ ਨਾਲ ਜੁੜਿਆ ਹੋਇਆ ਹੈ। ਕਿਉਂ? ਉਹਨੇ ਆਖਿਆ ਕਿ ਇਹ ਉਸ ਦੀ ਸੇਵਕਾਈ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇਹ ਸੰਦੇਸ਼ ਮੋਹਰਾਂ ਤੋਂ ਬਾਅਦ ਪਿੱਛੇ ਆਉਂਦਾ ਹੈ। ਨਿਰਾਸਤਾਵਾਂ 1963 ਸਾਲ ਦੇ ਵਿੱਚ ਹਵਾਲਾ। ਤਦ ਲੋਕ ਇਸ ਟੋਕਨ ਦੇ ਸੰਦੇਸ਼ ਨੂੰ ਆਪਣੀ ਜ਼ਿੰਦਗੀ 'ਚ ਮਹੱਤਵ ਕਿਉਂ ਨਹੀਂ ਦਿੰਦੇ? ਆਪਣੇ ਪ੍ਰਚਾਰ ਵਿੱਚ ਮਹੱਤਵ, ਕਲੀਸਿਆ ਵਿੱਚ ਮਹੱਤਵ ਕਿਉਂ ਨਹੀਂ ਦਿੰਦੇ? ਉਹ ਪਰਮੇਸ਼ਰ ਦੇ ਉਸ ਬੰਦੇ ਵਾਂਗ ਪ੍ਰਚਾਰ ਕਿਉਂ ਨਹੀਂ ਕਰਦੇ ਅਤੇ ਲੋਕਾਂ ਨੂੰ ਕਿਉਂ ਨਹੀਂ ਦੱਸਦੇ ਕਿ ਉਹਨਾਂ ਨੇ ਉਸ ਬਾਰਿਸ਼ ਨੂੰ ਪ੍ਰਾਪਤ ਕਰਨਾ ਹੈ? ਤੁਹਾਨੂੰ ਆਪਣੇ ਆਪ ਨੂੰ ਪਵਿੱਤਰ ਕਰਨਾ ਚਾਹੀਦਾ ਹੈ, ਆਪਣੇ ਪਹਿਰਾਵੇ ਨੂੰ ਠੀਕ ਕਰਨਾ ਚਾਹੀਦਾ ਹੈ, ਤੁਹਾਨੂੰ ਆਪਣੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਨੂੰ ਤਿਆਗਣਾ ਪੈਣਾ ਹੈ, ਤੁਹਾਨੂੰ ਇਹਨਾਂ ਖੇਡ ਦੇ ਮੈਦਾਨਾਂ ਵਿੱਚੋਂ ਬਾਹਰ ਆਉਣਾ ਪੈਣਾ ਹੈ, ਇਹਨਾਂ ਨਾਚ ਰੰਗਾਂ ਨੂੰ ਛੱਡਣਾ ਪੈਣਾ ਹੈ, ਇਹਨਾਂ ਮੇਲਿਆਂ ਰੌਣਕਾਂ ਦੀ ਭੀੜ ਵਿੱਚੋਂ ਬਾਹਰ ਨਿਕਲਣਾ ਪੈਣਾ ਹੈ, ਆਪਣੇ ਪਤੀ ਆਪਣੀਆਂ ਪਤਨੀਆਂ ਦਾ ਮਾਣ ਕਰਨਾ ਪੈਣਾ ਹੈ, ਤੁਹਾਨੂੰ ਆਪਣੇ ਜੀਵਨ ਨੂੰ ਸ਼ੁੱਧ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਇਸ ਬਾਰਿਸ਼ ਨੂੰ ਪ੍ਰਾਪਤ ਕਰ ਸਕੋ। ਉਹ ਕਿਉਂ ਨਹੀਂ ਸਿਖਾਉਂਦੇ? ਕਿਉਂਕਿ ਉਹਨਾਂ ਨੇ ਸੰਦੇਸ਼ ਨੂੰ ਗਵਾ ਲਿਆ ਹੈ। ਉਹ ਨਿਸ਼ਾਨੇ ਤੋਂ ਖੁੰਝ ਗਏ ਹਨ। ਹਾਂ, ਇਹ ਸੱਚਾਈ ਹੈ। ਬਗੈਰ ਪਵਿੱਤਰਤਾ ਤੋਂ ਕੋਈ ਪ੍ਰਭੂ ਨੂੰ ਨਹੀਂ ਵੇਖ ਸਕੇਗਾ। ਹਰ ਚੀਜ਼ ਜਿਹੜੀ ਟਰੈਕਟਸ, ਕਿਤਾਬਾਂ, ਟੇਪਾਂ ਅਤੇ ਕਿਸੇ ਹੋਰ ਨੂੰ ਖੁਸ਼ਖਬਰੀ ਦੇ ਬਦਲੇ ਲੈਂਦੀ ਹੈ, ਝੂਠੀ ਸਿੱਖਿਆ ਹੈ, ਕਿਉਂਕਿ ਇਹ ਬਾਈਬਲ ਅਤੇ ਨਬੀ ਦੀ ਸਿੱਖਿਆ ਦੇ ਬਿਲਕੁਲ ਉਲਟ ਹੈ। ਪਿਆਰਿਓ, ਜੇਕਰ ਕੋਈ ਟਰੈਕਟਸ, ਕਿਤਾਬਾਂ ਅਤੇ ਟੇਪਾਂ ਨੂੰ ਇਸਤੇਮਾਲ ਕਰ ਰਿਹਾ ਹੈ ਤਾਂ ਅਸੀਂ ਇਸ ਦੇ ਬਿਲਕੁਲ ਵੀ ਖਿਲਾਫ ਨਹੀਂ ਹਾਂ। ਪਰੰਤੂ ਜਦੋਂ ਤੁਸੀਂ ਇਸ ਨੂੰ ਲੈ ਕੇ ਤੇ ਇਹ ਕਹੋ ਕਿ ਸਾਰਾ ਕੁਝ ਇਹੀ ਹੈ ਅਤੇ ਤਦ ਪਰਮੇਸ਼ਵਰ ਦੀ ਸ਼ਕਤੀ ਨੂੰ ਜਿਹੜੀ ਕਲੀਸਿਆ ਵਿੱਚ ਆ ਰਹੀ ਹੈ ਇਨਕਾਰ ਕਰੋ, ਤਾਂ ਬਾਈਬਲ ਕਹਿੰਦੀ ਹੈ ਕਿ ਤੁਸੀਂ ਦੁਸ਼ਟ ਹੋ। ਅਸੀਂ ਟਰੈਕਟਸ ਦਾ ਇਸਤੇਮਾਲ ਕਰਦੇ ਹਾਂ, ਅਸੀਂ ਕਿਤਾਬਾਂ ਨੂੰ ਵਰਤਦੇ ਹਾਂ, ਅਸੀਂ ਟੇਪਾਂ ਨੂੰ ਚਲਾਉਂਦੇ ਹਾਂ, ਪਰੰਤੂ ਅਸੀਂ ਇਹ ਵੀ ਪ੍ਰਚਾਰ ਕਰ ਰਹੇ ਹਾਂ ਕਿ ਕਲੀਸਿਆ 'ਚ ਸਾਮਰਥ ਆ ਰਹੀ ਹੈ ਅਤੇ ਇਹ ਹੁਣ ਇੱਕ ਪਾਸੇ ਉੱਪਰ ਨਹੀਂ, ਇਹ ਸਾਡੇ ਦਿਲ ਦੀ ਧੜਕਨ ਹੈ। ਹਰ ਸੰਦੇਸ਼ ਦਾ ਇਹੀ ਮਕਸਦ ਹੈ। ਅਸੀਂ ਲੋਕਾਂ ਨੂੰ ਉਸ ਬਾਰਿਸ਼ ਨੂੰ ਪ੍ਰਾਪਤ ਕਰਨ ਦੀ ਸੁਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਸ਼੍ਰੀਮਾਨ, ਇੱਥੇ ਬਹੁਤ ਸਾਰੇ ਹਨ ਜਿਨ੍ਹਾਂ ਨੇ ਉਸ ਬਾਰਿਸ਼ ਦੇ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਪਰ ਉਹ ਇਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ। ਉਹ ਇਹ ਨਹੀਂ ਜਾਣਦੇ ਕਿ ਉਹ ਉਸ ਸਮੇਂ ਸਾਰੇ ਸੰਸਾਰ ਵਿੱਚ ਪੈਂਤੇਕੋਸਤ ਦੇ ਦਿਨ ਇੱਕ ਜਗ੍ਹਾ ਵਿੱਚ ਉਹ ਬਾਰਿਸ਼ ਆਈ ਸੀ। ਮੈਂ ਉਹਨਾਂ ਨੂੰ ਪੁੱਛ ਰਿਹਾ ਹਾਂ ਕਿ ਉਹ ਜਗ੍ਹਾ ਕਿਹੜੀ ਸੀ? ਜਿਹੜੀ ਬਾਰਿਸ਼ ਪੈਂਤੇਕੋਸਤ ਦੇ ਦਿਨ ਆਈ ਸੀ ਉਹ ਉਸੇ ਸਮੇਂ ਸਾਮਰੀਆ 'ਚ ਕਦੇ ਨਹੀਂ ਆਈ, ਨਾ ਹੀ ਮਿਸਰ ਵਿੱਚ ਉਸ ਸਮੇਂ ਆਈ। ਇਹ ਇੱਕ ਖਾਸ ਸਥਾਨ ਦੇ ਵਿੱਚ ਆਈ ਅਤੇ ਇੱਕ ਖਾਸ ਨਿਸ਼ਚਿਤ ਲੋਕਾਂ ਦੇ ਉੱਪਰ ਆਈ ਅਤੇ ਉਹਨਾਂ ਲੋਕਾਂ ਲਈ ਆਈ ਜਿਹੜੇ ਜਾਣਦੇ ਸਨ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਸਨ। ਉਹਨਾਂ ਦੇ ਕੋਲ ਉਸ ਬਾਰਿਸ਼ ਦਾ ਪ੍ਰਕਾਸ਼ਨ ਸੀ। ਬਾਰਿਸ਼ ਦੇ ਆਉਣ ਤੋਂ ਪਹਿਲਾਂ ਤੁਹਾਡੇ ਕੋਲ ਉਸ ਦਾ ਪ੍ਰਕਾਸ਼ਨ ਹੋਣਾ ਚਾਹੀਦਾ ਹੈ। ਉਹ ਇੱਕ ਮਨੁੱਖ ਨੂੰ ਮਿਲੇ ਜਿਹਨੂੰ ਯਿਸੂ ਕਹਿੰਦੇ ਸਨ। ਉਸਨੇ ਉਹਨਾਂ ਨੂੰ ਆਖਿਆ ਸੀ, ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾ ਲਓ, ਯਰੂਸ਼ਲਮ 'ਚ ਠਹਿਰੇ ਰਹੋ, ਤਦ ਤੁਸੀਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ। ਉਹਨਾਂ ਕੋਲ ਪ੍ਰਕਾਸ਼ਨ ਸੀ ਅਤੇ ਜਿਹੜਾ ਪ੍ਰਕਾਸ਼ਨ ਉਹਨਾਂ ਨੇ ਪ੍ਰਾਪਤ ਕੀਤਾ ਸੀ ਉਹ ਰੋਮਨ ਮੋਹਰ ਦੇ ਥੱਲਿਓਂ ਆਇਆ ਸੀ। ਉਹ ਆਖਰੀ ਮੋਹਰ ਸੀ ਜਿਸ ਦੇ ਅਧੀਨ ਪ੍ਰਭੂ ਦੀ ਆਮਦ ਸੀ। ਜਦੋਂ ਰੋਮੀਆਂ ਦੀ ਉਹ ਮੋਹਰ ਟੁੱਟੀ ਤਦ ਪ੍ਰਭੂ ਦੀ ਆਮਦ ਰੋਮਨ ਮੋਹਰ ਦੇ ਥੱਲੇ ਪਹਿਲਾਂ ਗੁਪਤ ਸੀ। ਇਹ ਕਈ ਲੋਕਾਂ ਦੀ ਜਨ ਸਧਾਰਨ ਸੇਵਕਾਈ ਨਹੀਂ ਸੀ। ਅਤੇ ਸੁਣੋ ਕਿ ਬਾਈਬਲ ਕੀ ਕਹਿੰਦੀ ਹੈ। ਅਤੇ ਉਹ ਉਹਨਾਂ ਨੂੰ ਪਰਮੇਸ਼ਵਰ ਦੇ ਰਾਜ ਦੇ ਸੰਬੰਧੀ ਗੱਲਾਂ ਸਿਖਾਉਣ ਲੱਗਾ ਅਤੇ ਉਹਨਾਂ ਵਿੱਚੋਂ ਇੱਕ ਗੱਲ ਇਹ ਸੀ ਕਿ ਪਵਿੱਤਰ ਆਤਮਾ ਦੀ ਬਾਰਿਸ਼ ਦੇ ਲਈ ਕਿੱਥੇ ਜਾਣਾ ਸੀ। ਸੋ ਹਰ ਕੋਈ ਜਿਹੜਾ ਕਹਿ ਰਿਹਾ ਹੈ ਬਾਰਿਸ਼ ਬਾਰਿਸ਼ ਬਾਰਿਸ਼, ਉਸ ਦੇ ਕੋਲ ਪ੍ਰਕਾਸ਼ਨ ਨਹੀਂ ਹੈ। ਇਹ ਤਾਂ ਹੁਣ ਇੱਕ ਗੀਤ ਬਣ ਗਿਆ ਹੈ। ਅਤੇ ਕੀ ਤੁਸੀਂ ਜਾਣਦੇ ਹੋ ਕਿ ਇਹ ਭਵਿੱਖਬਾਣੀ ਦੇ ਵਿੱਚ ਹੈ? ਉੱਥੇ ਦੋ ਤਰ੍ਹਾਂ ਦੇ ਬੀਜ ਬੀਜੇ ਗਏ ਸਨ। ਇੱਕ ਜਿਹਨੇ ਚਿੱਟੇ ਕੱਪੜੇ ਪਾਏ ਹੋਏ ਸਨ ਉਸ ਦੁਆਰਾ, ਅਤੇ ਦੂਸਰਾ ਜਿਹਨੇ ਕਾਲੇ ਕੱਪੜੇ ਪਾਏ ਹੋਏ ਸਨ। ਅਤੇ ਤਦ ਉੱਥੇ ਸੋਕੇ ਦੀ ਹਾਲਤ ਆਈ। ਆਓ ਹੁਣ ਮੈਂ ਕਹਿੰਦਾ ਹਾਂ ਕਿ ਹੁਣ ਸੰਦੇਸ਼ ਦੇ ਵਿੱਚ ਸੋਕੇ ਵਰਗੀ ਹਾਲਤ ਹੈ। ਦਰਸ਼ਨ ਅੰਦਰ ਸੋਕਾ ਸੀ। ਕਣਕ ਨੇ ਆਪਣਾ ਸਿਰ ਚੁੱਕਿਆ ਅਤੇ ਕਿਹਾ, ਮੈਨੂੰ ਬਾਰਿਸ਼ ਦਿਓ। ਅਤੇ ਜੰਗਲੀ ਬੂਟੀ ਨੇ ਵੀ ਕਿਹਾ, ਮੈਨੂੰ ਵੀ ਬਾਰਿਸ਼ ਦਿਓ, ਮੈਨੂੰ ਵੀ ਬਾਰਿਸ਼ ਦਿਓ। ਇਹ ਬਾਈਬਲ ਦੀ ਭਵਿੱਖਬਾਣੀ ਪੂਰੀ ਹੋਈ ਹੈ। ਇਹ ਵਿਲੀਅਮ ਬ੍ਰੈਨਹਮ ਦੀ ਭਵਿੱਖਬਾਣੀ ਪੂਰੀ ਹੋਈ ਹੈ। ਹੁਣ ਹਰ ਕੋਈ ਬਾਰਿਸ਼ ਦੇ ਲਈ ਚਿਲਾ ਰਿਹਾ ਹੈ ਅਤੇ ਇਹ ਨਹੀਂ ਜਾਣਦੇ ਕਿ ਬਾਰਿਸ਼ ਕਿੱਥੋਂ ਆ ਰਹੀ ਹੈ ਅਤੇ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਬੋਲ ਰਹੇ ਹਨ।
1967 ਸਨ ਤੋਂ ਇੱਕ ਆਦਮੀ ਇਸ ਸੰਬੰਧੀ ਬੋਲ ਰਿਹਾ ਹੈ ਠੀਕ ਪੂਰਬ ਵਿੱਚ, ਅਤੇ ਉਹਨੇ ਇਸ ਦੇ ਲਈ ਆਪਣੀ ਜ਼ਿੰਦਗੀ ਗਵਾ ਦਿੱਤੀ। ਇਹ ਸਾਡਾ ਨਿੱਜੀ ਵਿਸ਼ਵਾਸ ਹੈ। ਤੇ ਤੁਸੀਂ ਮੈਨੂੰ ਦੱਸਣਾ ਚਾਹੁੰਦੇ ਹੋ ਕਿ ਮਲਾਕੀ 4 ਦੇ ਪੈਰੋਕਾਰ ਇਸ ਮੁਰਦਾ ਸਥਿਤੀ ਵਿੱਚ ਜਾ ਰਹੇ ਹਨ? ਬਿਲਕੁਲ ਨਹੀਂ। ਉਹ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਦਿਵਾ ਸਕਦੇ। ਪਰਮੇਸ਼ਰ ਇਹਨਾਂ ਨੂੰ ਖੇਡਾਂ ਦੇ ਮੈਦਾਨਾਂ ਵਿੱਚੋਂ ਬਾਹਰ ਕੱਢੇਗਾ, ਪੁਲਪਟ ਦੇ ਪਿੱਛੋਂ ਜਨਾਹਕਾਰਾਂ ਨੂੰ ਲਵੇਗਾ, ਉਹ ਭੈਣਾਂ ਨੂੰ ਲਵੇਗਾ ਜਿਹੜੀਆਂ ਘੱਟ ਕੱਪੜਿਆਂ ਵਿੱਚ ਅਤੇ ਆਪਣੇ ਉੱਚੀ ਅੱਡੀ ਵਾਲੇ ਜੁੱਤੀਆਂ ਵਿੱਚ ਹਨ, ਜੋ ਸੰਦੇਸ਼ ਦੇ ਵਿਰੁੱਧ ਹੈ। ਅਸੰਭਵ, ਇਹ ਇਦਾਂ ਨਹੀਂ ਕਰੇਗਾ, ਬਿਲਕੁਲ ਨਹੀਂ। ਸੋ ਉਹਨਾਂ ਨੇ ਕੀ ਕੀਤਾ ਹੈ? ਉਹਨਾਂ ਨੇ ਖੁਸ਼ਖਬਰੀ ਨੂੰ ਅਗਾਹਾਂ ਲਿਜਾਣ ਦੇ ਲਈ ਕੋਈ ਹੋਰ ਰਸਤਾ, ਕੋਈ ਹੋਰ ਤਰੀਕਾ ਗ੍ਰਹਿਣ ਕਰ ਲਿਆ ਹੈ। ਇਸ ਦੇ ਵਿਰੁੱਧ ਭਾਈ ਬ੍ਰਹਮ ਸਾਰੀ ਉਮਰ ਲੜਿਆ। ਉਸਨੇ ਖੁਸ਼ਖਬਰੀ ਲਿਜਾਣ ਦੇ ਲਈ ਸਹੀ ਤਰੀਕਾ, ਅਸਲੀ ਤਰੀਕਾ, ਰਸੂਲੀ ਤਰੀਕਾ ਅਪਣਾਇਆ। ਉਸਨੇ ਉਹਨਾਂ ਸਾਰਿਆਂ ਤੱਕ ਖੁਸ਼ਖਬਰੀ ਪਹੁੰਚਾਉਣ ਦੇ ਲਈ ਇਸ ਦਾ ਪ੍ਰਦਰਸ਼ਨ ਕੀਤਾ ਅਤੇ ਉਸਨੇ ਉਹਨਾਂ ਨੂੰ ਉਸ ਆਤਮਾ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਸਨੇ ਆਪਣੀ ਪਿੱਠ ਕੀਤੀ, ਮਰਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਜਦੋਂ ਹੀ ਉਹ ਦੇਸ਼ ਤੋਂ ਗਿਆ, ਉਹਨਾਂ ਨੇ ਦੁਨਿਆਵੀ ਬੁੱਧੀਮਾਨੀ, ਗਿਆਨਵਾਦਤਾ ਦਾ ਰਸਤਾ ਅਪਣਾ ਲਿਆ। ਹੁਣ ਉਹ ਕਹਿ ਰਹੇ ਹਨ ਕਿ ਸਪੋਕਨ ਵਰਡ ਕਿਤਾਬਾਂ ਅਤੇ ਟੇਪਾਂ ਸਾਰੇ ਸੰਸਾਰ ਵਿੱਚ ਜਾ ਰਹੀਆਂ ਹਨ। ਜਲਦੀ ਹੀ ਰੈਪਚਰ ਹੋਣ ਤੋਂ ਪਹਿਲਾਂ ਇਹ ਸਾਰੇ ਗਲੋਬ ਨੂੰ ਢੱਕ ਲੈਣਗੀਆਂ। ਉਹ ਕਹਿੰਦੇ ਹਨ ਕਿ ਇਹ ਖੁਸ਼ਖਬਰੀ ਹੈ ਜਿਹੜੀ ਸਾਰੀਆਂ ਕੌਮਾਂ ਵਿੱਚ ਪ੍ਰਚਾਰ ਕੀਤੀ ਜਾਵੇਗੀ। ਇਹ ਬਿਲਕੁਲ ਝੂਠ ਹੈ। ਹਾਂ, ਉਹ ਕਹਿੰਦੇ ਹਨ ਕਿ ਜਦੋਂ ਤੋਂ ਭਾਈ ਬ੍ਰਹਮ ਮਰਿਆ ਹੈ, ਜੋ ਕੁਝ ਸਾਡੇ ਕੋਲ ਹੈ ਉਹ ਆਵਾਜ਼ ਹੈ। 7ਵੇਂ ਦੂਤ ਦੀ ਆਵਾਜ਼ ਦੇ ਦਿਨਾਂ ਵਿੱਚ ਜਦ ਉਹ ਪ੍ਰਚਾਰ ਕਰੇਗਾ, ਪਰਮੇਸ਼ਰ ਦਾ ਭੇਤ ਪੂਰਾ ਹੋਣਾ ਚਾਹੀਦਾ ਹੈ। ਭਾਈ ਬ੍ਰਹਮ ਹੁਣ ਨਹੀਂ ਰਿਹਾ, ਪਰ ਹੁਣ ਸਾਡੇ ਕੋਲ ਟੇਪਾਂ ਵਿੱਚ ਉਹਦੀ ਆਵਾਜ਼ ਹੈ। ਇਹ ਇੱਕ ਝੂਠੀ ਸਿੱਖਿਆ ਹੈ। ਹੁਣ ਉਹਨਾਂ ਨੇ ਕੋਈ ਸੌਖਾ ਰਸਤਾ ਗ੍ਰਹਿਣ ਕਰ ਲਿਆ ਹੈ ਜਿਸ ਨੂੰ ਭਾਈ ਬ੍ਰਹਮ ਨੇ ਰੱਦ ਕੀਤਾ ਸੀ, ਪਰ ਉਹ ਫਿਰ ਪਿੱਛੇ ਮੁੜ ਗਏ ਅਤੇ ਉਸ ਨੂੰ ਅਪਣਾ ਲਿਆ। ਹੁਣ ਇੱਥੇ ਮੈਨੂੰ ਗਲਤ ਨਾ ਸਮਝੋ, ਕਿਤਾਬਾਂ ਬਾਹਰ ਜਾਣੀਆਂ ਚਾਹੀਦੀਆਂ ਹਨ, ਟੇਪਾਂ ਵੀ ਜਾਣੀਆਂ ਚਾਹੀਦੀਆਂ ਹਨ। ਹਰ ਚੀਜ਼ ਜਿਹੜੀ ਪਰਮੇਸ਼ਰ ਦੇ ਵਚਨ ਨਾਲ ਸੰਬੰਧਿਤ ਹੈ ਬਾਹਰ ਜਾਣੀ ਚਾਹੀਦੀ ਹੈ। ਪਰੰਤੂ ਜਦ ਤੁਸੀਂ ਇਸ ਨੂੰ ਹੀ ਆਪਣਾ ਪਰਮ ਸੱਤ ਬਣਾ ਲੈਂਦੇ ਹੋ ਅਤੇ ਕਹਿੰਦੇ ਹੋ ਕਿ ਤੁਸੀਂ ਉਸ ਮਹਾਨ ਅਧਿਕਾਰ ਨੂੰ ਅੱਗੇ ਲਿਜਾ ਰਹੇ ਹੋ ਅਤੇ ਇਹੀ ਤਰੀਕਾ ਹੈ ਜਿਸ ਦੁਆਰਾ ਖੁਸ਼ਖਬਰੀ ਫੈਲਣੀ ਹੈ, ਤੇ ਪਰਮੇਸ਼ਰ ਦੀ ਸ਼ਕਤੀ ਦਾ ਇਨਕਾਰ ਕਰਦੇ ਹੋ, ਤਾਂ ਫਿਰ ਤੁਸੀਂ ਪਖੰਡੀ ਹੋ। ਫਿਰ ਤੁਸੀਂ ਝੂਠੀ ਸਿੱਖਿਆ ਦਾ ਪ੍ਰਚਾਰ ਕਰ ਰਹੇ ਹੋ। ਤੁਸੀਂ ਯਿਸੂ ਮਸੀਹ ਦੇ ਦਿੱਤੇ ਮਹਾਨ ਅਧਿਕਾਰ ਦੇ ਵਿਰੁੱਧ ਹੋ। ਤੁਸੀਂ ਨਬੀ ਦੇ ਸੰਦੇਸ਼ ਦਾ ਵੀ ਇਨਕਾਰ ਕਰ ਰਹੇ ਹੋ। ਠੀਕ ਹੈ, ਮੈਂ ਤੁਹਾਨੂੰ ਸਾਬਤ ਕਰਨਾ ਚਾਹੁੰਦਾ ਹਾਂ ਕਿ ਜੇਕਰ ਜੋ ਉਹ ਕਹਿ ਰਹੇ ਹਨ ਸੱਚ ਹੈ, ਕੀ ਸੰਦੇਸ਼ ਸਪੋਕਨ ਵਰਡ ਕਿਤਾਬਾਂ ਅਤੇ ਟੇਪਾਂ ਦੁਆਰਾ ਸਾਰੇ ਸੰਸਾਰ ਵਿੱਚ ਲਿਆਇਆ ਜਾ ਰਿਹਾ ਹੈ, ਤਦ ਭਾਈ ਬ੍ਰਹਮ ਦਾ ਉਹ ਦਰਸ਼ਨ ਜੋ ਉਸਨੇ ਇੰਡੀਆ ਦੇ ਲੋਕਾਂ ਬਾਰੇ ਦੇਖਿਆ ਸੀ ਗਲਤ ਹੋ ਗਿਆ। ਫਿਰ ਉਹ ਗਵਾਚ ਗਏ ਹਨ ਅਤੇ ਮੁਸਲਮਾਨ ਵੀ ਨਾਸ਼ ਹਨ। ਮੈਂ ਭਾਈ ਬ੍ਰਹਮ ਦਾ ਹਵਾਲਾ ਹੁਣ ਦੇਣ ਜਾ ਰਿਹਾ ਹਾਂ। ਯਿਸੂ ਵੱਲ ਦੇਖਣਾ 1954 ਸਨ। ਤਦ ਇਸ ਮੁਸਲਮਾਨ ਨੇ ਉਸ ਨੂੰ ਕਿਹਾ, ਮੁਹੰਮਦ ਨੇ ਸਾਨੂੰ ਸਿਰਫ ਮੌਤ ਤੋਂ ਬਾਅਦ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। ਕਿਹਾ, ਤੁਹਾਡੇ ਯਿਸੂ ਨੇ ਵਾਅਦਾ ਕੀਤਾ ਹੈ ਜਿਹੜੇ ਕੰਮ ਉਸਨੇ ਕੀਤੇ ਤੁਸੀਂ ਵੀ ਕਰੋਗੇ। ਸੋ ਮੈਨੂੰ ਤੁਹਾਡੇ ਉਸਤਾਦਾਂ ਨੂੰ ਉਹ ਚੀਜ਼ ਪੈਦਾ ਹੁੰਦੀ ਵੇਖਣ ਦਿਓ। ਕਿਹਾ, ਤਦ ਅਸੀਂ ਵਿਸ਼ਵਾਸ ਕਰਾਂਗੇ ਕਿ ਤੁਹਾਡਾ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਸਨੇ ਕਿਹਾ, ਭਾਈ ਬ੍ਰਹਮ, ਮੈਂ ਇਸ ਤਰ੍ਹਾਂ ਆਪਣੇ ਪੈਰਾਂ ਦੇ ਨਾਲ ਮਿੱਟੀ ਨੂੰ ਖੁਰਚਿਆ ਅਤੇ ਵਿਸ਼ੇ ਨੂੰ ਬਦਲਿਆ ਤੇ ਚਲਾ ਗਿਆ। ਹਾਰ, ਨਿਸ਼ਚਿਤ ਤੌਰ ਤੇ ਇਹੀ ਸਭ ਕੁਝ ਹੈ ਜੋ ਤੁਸੀਂ ਕਰ ਸਕਦੇ ਹੋ। ਇਹ ਬਿਲਕੁਲ ਠੀਕ ਹੈ। ਉਹ ਇਤਿਹਾਸ ਅਤੇ ਵਿਦਵਾਨਤਾ ਨੂੰ ਓਨਾ ਜ਼ਿਆਦਾ ਦੱਸ ਸਕਦੇ ਹਨ ਜਿੰਨਾ ਕੋਈ ਹੋਰ ਦੱਸ ਸਕਦਾ ਹੈ। ਪਰੰਤੂ ਉਸਨੇ ਕਿਹਾ, ਹੁਣ ਯਿਸੂ ਨੇ ਵਾਅਦਾ ਕੀਤਾ। ਉਸਨੇ ਕਿਹਾ, ਅੱਛਾ ਹੁਣ? ਉਸਨੇ ਕਿਹਾ, ਤੁਸੀਂ ਮਰਕਸ 16 ਦਾ ਹਵਾਲਾ ਦੇ ਰਹੇ ਹੋ ਜਿੱਥੇ ਉਸਨੇ ਕਿਹਾ ਅਸੀਂ 9ਵੀਂ ਆਇਤ ਅਗਲੀਆਂ ਆਇਤਾਂ ਦਾ ਵਿਸ਼ਵਾਸ ਨਹੀਂ ਕਰਦੇ ਕਿ ਉਹ ਪ੍ਰੇਰਨਾ ਦੁਆਰਾ ਲਿਖੀਆਂ ਗਈਆਂ ਹਨ। ਕਿਹਾ, ਤਦ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਬਾਈਬਲ ਹੈ? ਇਸ ਵਿੱਚੋਂ ਅੱਧਾ ਹਿੱਸਾ ਪ੍ਰੇਰਨਾ ਦੁਆਰਾ ਲਿਖਿਆ ਹੋਇਆ ਹੈ ਅਤੇ ਅੱਧਾ ਨਹੀਂ। ਕਿਹੜਾ ਗਲਤ ਹੈ ਅਤੇ ਕਿਹੜਾ ਸਹੀ ਹੈ? ਉਸਨੇ ਕਿਹਾ, ਤਦ ਉਸਦਾ ਕੀ ਹੋਇਆ ਜੋ ਯਿਸੂ ਨੇ ਕਿਹਾ ਸੀ ਕਿ ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਤੁਸੀਂ ਸੋਚਦੇ ਹੋਵੋਗੇ ਕਿ ਇਹ ਹਿੱਸਾ ਪ੍ਰੇਰਨਾ ਦਾ ਲਿਖਿਆ ਗਿਆ ਹੈ। ਯੂਹੰਨਾ 14:7 ਅਤੇ ਕਿਹਾ, ਲੂਕਾ 20 ਜਾਂ ਮਰਕਸ 11 ਅਤੇ ਉਸਦੀ 24 ਆਇਤ ਬਾਰੇ ਕੀ ਖਿਆਲ ਹੈ? ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ, ਪ੍ਰਤੀਤ ਕਰੋ ਕਿ ਤੁਹਾਨੂੰ ਮਿਲ ਗਿਆ ਹੈ, ਤੁਹਾਨੂੰ ਮਿਲੇਗਾ। ਕਿਹਾ, ਤੁਹਾਡੇ ਸਾਰਿਆਂ ਨਾਲ ਕੀ ਮਸਲਾ ਹੈ?
ਜੇਕਰ ਯਿਸੂ ਮੁਰਦਿਆਂ ਵਿੱਚੋਂ ਵੀ ਜੀ ਉੱਠਿਆ ਹੈ, ਉਸ ਦਾ ਵਾਅਦਾ ਹੈ ਕਿ ਉਹ ਕੱਲ੍ਹ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਕਿਹਾ, ਤਦ ਅਸੀਂ ਉਸ ਨੂੰ ਉਸ ਤਰੀਕੇ ਨਾਲ ਕਿਉਂ ਨਹੀਂ ਦੇਖਦੇ? ਕਿਹਾ, ਤੁਹਾਡੇ ਉਸਤਾਦਾਂ ਨੂੰ ਇਹ ਚੀਜ਼ ਪੈਦਾ ਕਰਨ ਦਿਓ ਅਤੇ ਅਸੀਂ ਮੁਸਲਮਾਨ ਯਿਸੂ ਨੂੰ ਮੰਨਣ ਲਈ ਤਿਆਰ ਹਾਂ। ਯਾਦ ਰੱਖੋ ਦੋਸਤੋ, ਇਹ ਮੁਸਲਮਾਨ ਜਿਉਂਦੇ ਪ੍ਰਭੂ ਯਿਸੂ ਮਸੀਹ ਨੂੰ ਵੇਖਣਾ ਚਾਹੁੰਦੇ ਹਨ ਕਿ ਉਹ ਆਵੇ ਅਤੇ ਖੁਸ਼ਖਬਰੀ ਨੂੰ ਪ੍ਰਮਾਣਿਤ ਕਰੇ। ਉਹ ਸਪੋਕਨ ਵਰਡ ਕਿਤਾਬਾਂ ਨਹੀਂ ਚਾਹੁੰਦੇ, ਉਹ ਟੇਪ ਰਿਕਾਰਡਰਾਂ ਵੱਲ ਨਹੀਂ ਦੇਖ ਰਹੇ। ਉਹ ਕਿਸੇ ਅਜਿਹੇ ਲਈ ਦੇਖ ਰਹੇ ਹਨ ਜੋ ਬਾਈਬਲ ਨੂੰ ਜਿਉਂਦਾ ਸਾਬਤ ਕਰਕੇ ਵਿਖਾਵੇ। ਆਓ ਮੈਂ ਤੁਹਾਨੂੰ ਵਿਖਾਵਾਂ ਕਿ ਭਾਈ ਬ੍ਰੈਨਮ ਨੇ ਭਾਰਤ ਦੇ ਲੋਕਾਂ ਸੰਬੰਧੀ ਕੀ ਕਿਹਾ। ਕੀ ਤੂੰ ਹੁਣ ਵਿਸ਼ਵਾਸ ਕਰਦਾ ਹੈ? 1952 ਸਨ। ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਉੱਥੇ ਵਾਪਸ ਜਾਣ ਦੀ, ਜਿੱਥੇ ਸਾਡੇ ਕੋਲ ਸੈਂਕੜੇ ਹਜ਼ਾਰਾਂ ਤੌਬਾ ਕੀਤੇ ਲੋਕ 6 ਹਫ਼ਤਿਆਂ ਵਿੱਚ ਸਨ। ਇੱਕ ਦਿਨ ਵਿੱਚ 30,000। ਇਸ ਦੇ ਬਾਰੇ ਸੋਚੋ। ਮੂਰਤੀ ਪੂਜਕ, ਕੱਟੜ ਮੂਰਤੀ ਪੂਜਕ ਅਤੇ ਮੁਸਲਮਾਨ ਇੱਕ ਦਿਨ ਵਿੱਚ 30,000। ਇਹ ਅਦਭੁਤ ਹੈ ਕਿ ਨਹੀਂ ਹੈ? ਹੁਣ ਮੇਰੇ ਉੱਧਰ ਵਾਪਸ ਉੱਥੇ ਜਾਣ ਦੀ ਇੱਛਾ ਲਈ ਦੋਸ਼ ਨਹੀਂ ਲਗਾ ਸਕਦੇ। ਪਹਿਲੀ ਵਾਰ ਉਹਨਾਂ ਨੇ ਪਰਮੇਸ਼ਵਰ ਦੀ ਸ਼ਕਤੀ ਨੂੰ ਉੱਥੇ ਬਾਹਰ ਇੱਕ ਮੂਰਤੀ ਪੂਜਕ ਵੱਲ ਜਾਂਦੇ ਵੇਖਿਆ, ਜਿਹੜਾ ਇਸ ਦੇ ਬਾਰੇ ਕੁਝ ਵੀ ਨਹੀਂ ਜਾਣਦਾ ਸੀ, ਇੱਥੋਂ ਤੱਕ ਕਿ ਆਪਣੀ ਭਾਸ਼ਾ ਵੀ ਨਹੀਂ ਬੋਲ ਸਕਦਾ ਸੀ। ਅਤੇ ਹੋ ਸਕਦਾ ਹੈ ਕਿ ਬਹੁਤ ਸਾਰੇ ਤਰਜਮਾ ਕਰਨ ਵਾਲੇ ਇੱਥੇ ਹੋਣ। ਉਹਨਾਂ ਨੇ ਦੇਖਿਆ ਕਿ ਉਹ ਕੀ ਹੈ, ਬਸੋਥੂ, ਸ਼ੰਘਾਈ ਜਾਂ ਜੋ ਵੀ ਹੈ, ਅਤੇ ਉਹਨਾਂ ਨੇ ਬੋਲਣਾ ਅਤੇ ਉਸ ਨੂੰ ਉਸਦੀ ਜ਼ਿੰਦਗੀ ਬਾਰੇ ਸਭ ਕੁਝ ਦੱਸਣਾ ਸ਼ੁਰੂ ਕੀਤਾ ਅਤੇ ਅਜਿਹੀਆਂ ਹੋਰ ਗੱਲਾਂ। ਉਹ ਬਸ ਚਿਲਾਉਣ ਅਤੇ ਆਪਣੇ ਮੂੰਹਾਂ ਪਾਰ ਡਿੱਗਣ ਲੱਗੇ। ਪਰਮੇਸ਼ਵਰ ਪੌਲਸ ਬਹੁਤ ਸਾਲ ਪਹਿਲਾਂ ਜਾਣਦਾ ਸੀ ਕਿ ਇੱਕ ਮੂਰਤੀ ਪੂਜਕ ਨੂੰ ਬਦਲਣ ਦੇ ਲਈ ਇੱਕ ਕਰਾਮਾਤ ਦੀ ਜ਼ਰੂਰਤ ਹੈ। ਯਿਸੂ ਮਸੀਹ ਹਮੇਸ਼ਾ ਇਸ ਨੂੰ ਜਾਣਦਾ ਸੀ। ਹੁਣੇ ਜਦੋਂ ਅਸੀਂ ਇੱਕ ਮਿਸ਼ਨਰੀ ਨਾਲ ਗੱਲ ਕਰ ਰਹੇ ਸਾਂ ਜੋ ਭਾਰਤ ਤੋਂ ਸੀ, ਜਿੱਥੇ ਪਰਮੇਸ਼ਵਰ ਨੇ ਮੈਨੂੰ ਜਾਣ ਨੂੰ ਕਿਹਾ, ਜਿੱਥੇ ਮੇਰੇ ਕੋਲ ਇੱਕ ਮੀਟਿੰਗ ਵਿੱਚ 3 ਲੱਖ ਦੀ ਭੀੜ ਹੋਵੇਗੀ। ਧਿਆਨ ਦਿਓ, ਉਸ ਆਦਮੀ ਨੇ ਮੈਨੂੰ ਕਿਹਾ, ਇੱਥੇ ਸਿਰਫ ਇੱਕ ਗੱਲ ਹੈ ਭਾਈ ਬ੍ਰੈਨਹਮ, ਜਿਹੜੀ ਕਦੇ ਹਿੰਦੁਸਤਾਨ ਦੇ ਮੁਸਲਮਾਨ ਅਤੇ ਮੂਰਤੀ ਪੂਜਕਾਂ ਅਤੇ ਇਦਾਂ ਦੇ ਹੋਰਨਾਂ ਲੋਕਾਂ ਨੂੰ ਹਿਲਾਵੇਗੀ। ਇਸ ਦੇ ਲਈ ਪਰਮੇਸ਼ਵਰ ਦੀ ਵਾਸਤਵਿਕ ਸਮਰੱਥਾ ਦੀ ਜ਼ਰੂਰਤ ਪਵੇਗੀ। ਜਿੱਥੇ ਬਦਰੂਹਾਂ ਜਦੋਂ ਉੱਠ ਖੜੀਆਂ ਹੋਣ ਤਾਂ ਪਰਮੇਸ਼ਵਰ ਦੀ ਸਮਰੱਥਾ ਉਹਨਾਂ ਨੂੰ ਥੱਲੇ ਸੁੱਟੇ। ਇਸ ਗੱਲ ਲਈ ਪੱਕੇ ਹੋਵੋ ਜਿਸ ਦੇ ਬਾਰੇ ਤੁਸੀਂ ਬੋਲ ਰਹੇ ਹੋ। ਸੋ ਭਾਈ ਬ੍ਰੈਨਮ ਠੀਕ ਇੱਥੇ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਜੇਕਰ ਹਿੰਦੁਸਤਾਨ ਵਿੱਚ ਫਸਲ ਦੀ ਵਾਢੀ ਹੋਣੀ ਹੈ ਤਾਂ ਤੁਹਾਡੇ ਕੋਲ ਉਸ ਫਸਲ ਨੂੰ ਵੱਢਣ ਦੇ ਲਈ ਪਰਮੇਸ਼ਵਰ ਦੀ ਸਮਰੱਥਾ ਦਾ ਹੋਣਾ ਜ਼ਰੂਰੀ ਹੈ। ਅਤੇ ਭਾਈ ਬ੍ਰੈਨਮ ਇਸ ਆਦਮੀ ਨਾਲ ਸਹਿਮਤ ਸੀ। ਠੀਕ ਹੈ, ਹੁਣ ਇਸ ਨੂੰ ਸੁਣੋ। ਇਜ਼ਰਾਈਲ ਆਪਣੇ ਘਰ ਦੇ ਵਿੱਚ 1953 ਸਨ। ਦੇਖੋ, ਜੇਕਰ ਕਲੀਸਿਆ, ਮੈਂ ਪੂਰੀ ਇੱਜ਼ਤ ਨਾਲ ਕਹਿੰਦਾ ਹਾਂ, ਜੇਕਰ ਕਲੀਸਿਆ ਪੜ੍ਹਾਈ ਲਿਖਾਈ ਅਤੇ ਅੰਕ ਗਣਿਤ ਅਤੇ ਖੁਸ਼ਖਬਰੀ ਦੇ ਸਰੀਰਕ ਪੱਖ ਤੋਂ ਹੋਰ ਜ਼ਿਆਦਾ ਪੈਦਾ ਨਹੀਂ ਕਰ ਸਕਦੀ ਤਾਂ ਫਿਰ ਹਿੰਦੁਸਤਾਨੀ ਲੋਕ ਖਤਮ ਹਨ। ਭਾਰਤੀ ਲੋਕ ਅਫਰੀਕਾ ਦੇ ਜੰਗਲੀ ਲੋਕਾਂ ਵਾਂਗ ਪਰਮੇਸ਼ਵਰ ਦੀ ਸਮਰੱਥਾ ਨੂੰ ਪ੍ਰਗਟ ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਅਫਰੀਕਾ ਵਿੱਚ ਪਿਛਲੇ 50 ਸਾਲਾਂ ਤੋਂ ਮਿਸ਼ਨਰੀ ਭੇਜੇ ਜਾ ਰਹੇ ਹਨ ਅਤੇ ਜਦੋਂ ਇਹ ਮਸੀਹੀ ਬਣੇ ਹੋਏ ਆਉਂਦੇ ਹਨ ਤਾਂ ਉਹ ਆਪਣੀਆਂ ਬਾਹਾਂ ਥੱਲੇ ਮਿੱਟੀ ਦੀਆਂ ਮੂਰਤਾਂ ਚੁੱਕੀ ਆਉਂਦੇ ਹਨ। ਕਿਉਂ? ਮਿਸ਼ਨਰੀ ਉਹਨਾਂ ਨੂੰ ਕਹਿੰਦੇ ਹਨ। ਕਿਉਂ? ਚੰਗਾਈ ਬਾਰੇ। ਉਹ ਮੂਰਤੀ ਦੇ ਬਗੈਰ ਚੰਗਾਈ ਪਾਉਂਦੇ ਹਨ, ਮੂਰਤੀ ਦੇ ਰਾਹੀਂ ਨਹੀਂ, ਪਰਮੇਸ਼ਵਰ ਦੇ ਰਾਹੀਂ। ਪਰਮੇਸ਼ਵਰ ਉਹਨਾਂ ਦੀ ਇਸ ਬੇਧਿਆਨੀ ਵੱਲ ਧਿਆਨ ਨਹੀਂ ਕਰਦਾ, ਪਰੰਤੂ ਜਦ ਇਹ ਗੱਲ ਉਸ ਜਗ੍ਹਾ ਤੇ ਆਉਂਦੀ ਹੈ ਜਦ ਉਹ ਚੰਗੇ ਹੋ ਜਾਂਦੇ ਹਨ, ਮਿਸ਼ਨਰੀ ਕਹਿੰਦਾ ਹੈ ਉਹ ਚੀਜ਼ਾਂ ਆਉਣ ਦੇ ਦਿਨ ਬੀਤ ਗਏ ਹਨ, ਅਸੀਂ ਉਸ ਨੂੰ ਸੈਮਨਰੀ ਵਿੱਚ ਪ੍ਰਾਪਤ ਕੀਤਾ। ਦੇਖਿਆ, ਉਹ ਪਹਿਲਾਂ ਹੀ ਗੁਜ਼ਰ ਚੁੱਕਿਆ ਹੈ। ਇੱਦਾਂ ਦੀ ਕੋਈ ਗੱਲ ਨਹੀਂ ਹੈ। ਅੱਛਾ, ਉਹ ਆਪਣੀ ਮੂਰਤੀ ਨੂੰ ਚੰਗਾਈ ਦੇ ਲਈ ਲਿਜਾਉਂਦਾ ਹੈ। ਮੇਰਾ ਪੁਆਇੰਟ ਹੁਣ ਇਹ ਹੈ ਕਿ ਉੱਥੇ ਮੁਸਲਮਾਨਾਂ ਦੇ ਵਿੱਚ ਇੱਕ ਵਾਢੀ ਹੈ, ਹਿੰਦੁਸਤਾਨ ਵਿੱਚ ਹਿੰਦੂਆਂ ਦੇ ਵਿੱਚ ਇੱਕ ਵਾਢੀ ਹੈ। ਭਾਈ ਬ੍ਰੈਨਮ ਨੇ ਕਿਹਾ, ਜੇਕਰ ਅਫਰੀਕਾ ਅਤੇ ਹਿੰਦੁਸਤਾਨ ਵਿੱਚ ਉਹ ਆਤਮਾ ਦੀ ਸਮਰੱਥਾ ਅਤੇ ਪ੍ਰਮਾਣ ਨੂੰ ਨਹੀਂ ਵੇਖਦੇ ਤਾਂ ਉਹਨਾਂ ਦੇ ਲਈ ਕੋਈ ਉਮੀਦ ਨਹੀਂ ਹੈ। ਹੁਣ ਉਹ ਇਸ ਦੇ ਨਾਲ ਕੀ ਕਰਨ ਜਾ ਰਹੇ ਹਨ? ਉਹਨਾਂ ਹਿੰਦੁਸਤਾਨੀ ਲੋਕਾਂ, ਅਫਰੀਕੀ ਲੋਕਾਂ ਅਤੇ ਬਾਕੀ ਸੰਸਾਰ ਦੇ ਲੋਕਾਂ ਦੇ ਲਈ ਕੋਈ ਆਸ ਨਹੀਂ ਹੈ ਜਦ ਤੱਕ ਉਹ ਪਰਮੇਸ਼ਵਰ ਦੀ ਸ਼ਕਤੀ ਨੂੰ ਪ੍ਰਮਾਣਿਤ ਹੁੰਦਾ ਨਹੀਂ ਵੇਖਦੇ। ਪਰੰਤੂ ਹੁਣ ਇਹਨੂੰ ਸੁਣੋ। ਇਜ਼ਰਾਈਲ ਆਪਣੇ ਘਰ ਦੇ ਵਿੱਚ 1953 ਸਨ। ਇਸ ਦੇ ਬਾਰੇ ਕੋਈ ਗੱਲ ਹੈ। ਹਾਲੇਲੂਇਆ। ਇਹ ਕੀ ਹੈ? ਇੱਥੇ ਡੂੰਘਾਈ ਨੂੰ ਪੁਕਾਰਦੀ ਹੈ। ਭਾਈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਜਦੋਂ ਇੱਥੇ ਡੂੰਘਾਈ ਪੁਕਾਰਦੀ ਹੈ ਤਦ ਉੱਥੇ ਬਾਹਰ ਇੱਕ ਡੂੰਘਾਈ ਇਸ ਦਾ ਉੱਤਰ ਦੇਣ ਲਈ ਹੈ। ਜਦ ਤੱਕ ਇਨਸਾਨੀ ਹਿਰਦੇ ਵਿੱਚ ਭੁੱਖ ਹੈ,
ਬਾਹਰ ਜਾਣ ਅਤੇ ਪਰਮੇਸ਼ਰ ਦੇ ਲਈ ਕੁਝ ਕਰਨ ਦੀ, ਤਦ ਇਹ ਦਰਸਾਉਂਦਾ ਹੈ ਕਿ ਉੱਥੇ ਥੱਲੇ ਕੋਈ ਚੀਜ਼ ਧੱਕਾ ਮਾਰ ਰਹੀ ਹੈ। ਸਾਡੇ ਵੱਲ ਕੋਈ ਚੀਜ਼ ਆ ਰਹੀ ਹੈ, ਅਸੀਂ ਕਿਸੇ ਚੀਜ਼ ਦੇ ਨੇੜੇ ਹਾਂ। ਭਾਈ ਅੱਜ ਰਾਤ ਸੁਣੋ, ਮੈਂ ਵਿਸ਼ਵਾਸ ਕਰਦਾ ਹਾਂ ਪ੍ਰਭੂ ਦੇ ਨਾਮ ਦੇ ਵਿੱਚ ਕਿ ਉਹ ਚੀਜ਼ਾਂ ਜਿਹੜੀਆਂ ਅਸਾਂ ਕੀਤੀਆਂ ਹਨ ਉਹਨਾਂ ਦੇ ਮੁਕਾਬਲੇ ਬਹੁਤ ਛੋਟੀਆਂ ਹਨ, ਜਿਹੜੀਆਂ ਪਰਮੇਸ਼ਰ ਹੁਣ ਠੀਕ ਕਰਨ ਜਾ ਰਿਹਾ ਹੈ। ਤੁਸੀਂ ਵੱਡੇ ਕੰਮਾਂ ਨੂੰ ਸੁਣਨ ਜਾ ਰਹੇ ਹੋ। ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ। ਅਤੇ ਕੀ ਤੁਸੀਂ ਜਾਣਦੇ ਹੋ ਕਿ ਉਸਨੇ ਇਹ ਗੱਲਾਂ ਕਦੋਂ ਕਹੀਆਂ? ਉਸਨੇ ਅਫਰੀਕਾ ਤੋਂ ਵਾਪਸ ਆ ਕੇ ਇਹ ਕਿਹਾ ਜਿੱਥੇ ਸੈਂਕੜੇ ਹਜ਼ਾਰਾਂ ਲੋਕਾਂ ਨੇ ਤੌਬਾ ਕੀਤੀ ਅਤੇ ਬਦਲੇ। ਹੁਣ ਇੱਕੋ ਦੁਪਹਿਰ 30,000 ਸਨ, ਪਰੰਤੂ ਉੱਥੇ ਹੋਰ ਵੀ ਸਨ। ਅਤੇ ਉਸਨੇ ਕਿਹਾ ਕਿ ਉਸ ਮੀਟਿੰਗ ਤੋਂ 1 ਲੱਖ ਲੋਕ ਬਦਲੇ ਸਨ। ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਕਿਹਾ, ਹੁਣ ਮੈਂ ਤਿਆਰੀ ਕਰ ਰਿਹਾ ਹਾਂ ਅਤੇ ਮੈਂ ਵਾਪਸ ਅਫਰੀਕਾ ਜਾਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹਾਂ। ਉਸਨੇ ਕਿਹਾ ਕਿ ਉਹ ਪਰਮੇਸ਼ਰ ਦੀ ਸਮਰੱਥਾ ਤੋਂ ਬਿਨਾਂ ਇਸ ਨੂੰ ਪ੍ਰਾਪਤ ਨਹੀਂ ਕਰਨ ਜਾ ਰਹੇ। ਉਹਨੇ ਕਿਹਾ ਅਤੇ ਉੱਥੇ ਵੱਡੇ ਕੰਮ ਹੋਣ ਜਾ ਰਹੇ ਹਨ। ਤੁਸੀਂ ਅਫਰੀਕਾ 'ਚ ਮਹਾਨ ਕੰਮਾਂ ਨੂੰ ਹੁੰਦਾ ਸੁਣਨ ਜਾ ਰਹੇ ਹੋ। ਕੀ ਅਸੀਂ ਫਿਰ ਉਸ ਬਕਵਾਸ ਨੂੰ ਮੰਨ ਸਕਦੇ ਹਾਂ ਜੋ ਉਹ ਸਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ? ਸਭਾ ਕਹਿੰਦੀ ਹੈ ਨਹੀਂ, ਅਸੰਭਵ। ਇਹਨੂੰ ਸੁਣੋ। ਤੁਸੀਂ ਕਹਿੰਦੇ ਹੋ ਪ੍ਰਚਾਰਕ, ਮੈਂ ਅਜੇ ਵੀ ਵਿਸ਼ਵਾਸ ਕਰਦਾ ਹਾਂ ਕਿ ਜਦ ਤੱਕ ਤੁਸੀਂ ਸੱਚਾਈ ਦੇ ਵਚਨ ਨੂੰ ਅੱਗੇ ਲੈ ਕੇ ਜਾਂਦੇ ਹੋ ਤਾਂ ਇਹੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ। ਬਿਲਕੁਲ ਸਹੀ। ਭਾਵੇਂ ਤੁਸੀਂ ਆਪਣੀ ਸਾਰੀ ਬਾਈਬਲ ਨੂੰ ਲਿਜਾਓ, ਪਰ ਇਹ ਅਸਲੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਨਹੀਂ ਹੈ। ਅਤੇ ਇਹ ਗੱਲ ਉਤਪਤ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਸੱਚ ਹੈ। ਸਪੋਕਨ ਵਰਡ ਕਿਤਾਬਾਂ ਨੂੰ ਲੈ ਕੇ ਜਾਣਾ ਖੁਸ਼ਖਬਰੀ ਨਹੀਂ ਹੈ। ਭਾਈ ਬ੍ਰਹਮ ਨੇ ਉਹਨਾਂ ਲੜਕੀਆਂ ਤੇ ਲੜਕਿਆਂ ਨੂੰ ਕੀ ਕਿਹਾ ਜਿਹੜੇ ਉਸ ਨੂੰ ਅਫਰੀਕਾ 'ਚ ਮਿਲੇ ਸਨ? ਸੁਣੋ। ਸਤਿ ਸ੍ਰੀ ਅਕਾਲ, ਪੇਜ 364। ਲੜਕੀਓ, ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸੱਟ ਮਾਰਨਾ ਨਹੀਂ ਚਾਹੁੰਦਾ। ਮੈਂ ਕਿਹਾ, ਪਰ ਤੁਹਾਨੂੰ ਸਾਰਿਆਂ ਨੂੰ ਆਪੋ ਆਪਣੇ ਘਰ ਰਹਿ ਕੇ ਆਪਣੀਆਂ ਮਾਵਾਂ ਦੀ ਭਾਂਡੇ ਬਰਤਨਾਂ ਦੇ ਕੰਮ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਤੁਹਾਡਾ ਬਾਹਰਲੇ ਇਲਾਕਿਆਂ 'ਚ ਕੋਈ ਕੰਮ ਨਹੀਂ ਹੈ ਜਦ ਤੱਕ ਤੁਸੀਂ ਪਹਿਲਾਂ ਪਵਿੱਤਰ ਆਤਮਾ ਨਾਲ ਭਰ ਨਾ ਜਾਓ ਅਤੇ ਸੱਚੀ ਖੁਸ਼ਖਬਰੀ ਦਾ ਪ੍ਰਚਾਰ ਪਵਿੱਤਰ ਆਤਮਾ ਦੀ ਸਾਮਰਥ ਵਿੱਚ ਨਾ ਕਰੋ। ਜੇਕਰ ਤੁਸੀਂ ਉਹ ਨਤੀਜਾ ਪ੍ਰਾਪਤ ਨਹੀਂ ਕਰ ਰਹੇ ਜਿਸ ਬਾਰੇ ਯਿਸੂ ਮਸੀਹ ਨੇ ਆਖਿਆ ਹੈ, ਤਾਂ ਇਸ ਦਾ ਕਾਰਨ ਇਹੀ ਹੈ ਕਿ ਤੁਸੀਂ ਸੱਚੀ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕਰ ਰਹੇ ਹੋ। ਹੁਣ ਉਹਨਾਂ ਨੂੰ ਇਸ ਦੇ ਨਾਲ ਲੜਨ ਦਿਓ। ਇਹ ਮਲਾਕੀ 4 ਦਾ ਨਬੀ ਬੋਲ ਰਿਹਾ ਹੈ। ਉਸਨੇ ਕਿਹਾ ਕਿ ਜੇਕਰ ਤੁਸੀਂ ਪਵਿੱਤਰ ਆਤਮਾ ਦੀ ਸਮਰੱਥਾ ਤੇ ਪ੍ਰਮਾਣ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕਰ ਰਹੇ ਹੋ, ਤਦ ਤੁਹਾਡਾ ਬਾਹਰ ਜਾਣ ਦਾ ਕੋਈ ਕੰਮ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਕੋਈ ਮੈਨੂੰ ਵਿਖਾਵੇ ਕਿ ਕਿਹੜਾ ਸੱਚਾ ਪ੍ਰਚਾਰਕ ਇਸ ਸੰਦੇਸ਼ ਨੂੰ ਬਾਹਰਲੇ ਇਲਾਕਿਆਂ ਵਿੱਚ ਲਿਜਾ ਰਿਹਾ ਹੈ। ਇੱਕ ਸੱਚਾ ਮਿਸ਼ਨਰੀ ਮੈਨੂੰ ਵਿਖਾਵੇ। ਮੈਨੂੰ ਕੋਈ ਇੱਕ ਸੱਚੀ ਕਲੀਸਿਆ ਵਿਖਾਓ ਜਿਹੜੀ ਇਸ ਖੁਸ਼ਖਬਰੀ ਨੂੰ, ਇਸ ਸੰਦੇਸ਼ ਨੂੰ ਪਵਿੱਤਰ ਆਤਮਾ ਦੀ ਸਮਰੱਥਾ ਤੇ ਪ੍ਰਮਾਣ ਨਾਲ ਲਿਜਾ ਰਹੀ ਹੈ। ਆਓ ਕਿਸੇ ਨੂੰ ਇਹ ਦਿਖਾਣ ਦਿਓ। ਤੁਸੀਂ ਇਹ ਨਹੀਂ ਕਰ ਸਕਦੇ। ਇੱਥੇ ਬਹੁਤ ਸਾਰੇ ਹਵਾਲੇ ਹਨ, ਪਰੰਤੂ ਮੈਂ ਤੁਹਾਨੂੰ ਸਿਰਫ 2-3 ਹਵਾਲੇ ਦਿਖਾਵਾਂਗਾ ਜਿਹੜੇ ਸਾਬਤ ਕਰਦੇ ਹਨ ਕਿ ਸਭ ਕੁਝ ਪੂਰਾ ਨਹੀਂ ਹੋਇਆ ਅਤੇ ਸਾਰਾ ਕੁਝ ਗਵਾਚਿਆ ਨਹੀਂ ਹੈ। ਉਹਨਾਂ ਦੀਆਂ ਗਰਜਾਂ ਫੇਲ ਹੋ ਗਈਆਂ ਹਨ ਕਿਉਂਕਿ ਇਹੀ ਉਹਨਾਂ ਦਾ ਅਗਲਾ ਪ੍ਰੋਗਰਾਮ ਬਦਲ ਸੀ ਜਿਹੜਾ ਉਹਨਾਂ ਕੋਲ ਹੈ। ਉਹਨਾਂ ਨੇ ਕਿਹਾ ਗਰਜਾਂ ਨੇ ਬੇਦਾਰੀ ਲਿਆਂਦੀ। ਇਹਨਾਂ ਗਰਜਾਂ ਨੇ ਭ੍ਰਿਸ਼ਟਤਾ ਹੀ ਪੈਦਾ ਕੀਤੀ ਹੈ। ਇਸ ਨੇ ਮਤੀ 24:14 ਨੂੰ ਪੂਰਾ ਕਰਨ ਲਈ ਖੁਸ਼ਖਬਰੀ ਨੂੰ ਸਮਰੱਥਾ 'ਚ ਕਦੇ ਪੈਦਾ ਨਹੀਂ ਕੀਤਾ। ਅਤੇ ਜੇਕਰ ਇਸ ਨੇ ਮਤੀ 24:14 ਦੀ ਭਵਿੱਖਬਾਣੀ ਨੂੰ ਪੂਰਾ ਨਹੀਂ ਕੀਤਾ ਤਾਂ ਫਿਰ ਇਸ ਨੇ ਕੁਝ ਵੀ ਪੈਦਾ ਨਹੀਂ ਕੀਤਾ। 1939 ਤੋਂ ਲੈ ਕੇ ਹੁਣ ਤੱਕ ਇਸ ਨੇ ਕੋਈ ਸ਼ਕਤੀਸ਼ਾਲੀ ਕਲੀਸਿਆ ਪੈਦਾ ਨਹੀਂ ਕੀਤੀ। ਇਸ ਨੇ ਖੁਸ਼ਖਬਰੀ ਦਾ ਪ੍ਰਚਾਰ ਆਤਮਾ ਦੀ ਸਮਰੱਥਾ ਤੇ ਪ੍ਰਮਾਣ ਵਿੱਚ ਨਹੀਂ ਕੀਤਾ। ਇਸ ਨੇ ਕਦੇ ਵੀ ਸਾਰੇ ਸੰਸਾਰ ਵਿੱਚ, ਸਾਰੀਆਂ ਕੌਮਾਂ ਵਿੱਚ ਪਵਿੱਤਰ ਆਤਮਾ ਦੀ ਸਮਰੱਥਾ ਵਿੱਚ ਖੁਸ਼ਖਬਰੀ ਨੂੰ ਨਹੀਂ ਪਹੁੰਚਾਇਆ। ਤੁਸੀਂ ਕਹੋਗੇ, ਅੱਛਾ ਇਹ ਹੁਣ ਹੋਰ ਯੁੱਗ ਹੈ ਅਤੇ ਮੈਂ ਸੋਚਦਾ ਹਾਂ ਕਿ ਪ੍ਰਭੂ ਨੂੰ ਲੋਕਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ, ਸੋ ਉਹ ਕੀ ਕਰੇਗਾ? ਸੁਣੋ ਭਾਈ ਬ੍ਰਹਮ ਹੁਣ ਕੀ ਕਹਿੰਦਾ ਹੈ। ਸਤ ਕਲੀਸੇ ਕਾਲ, ਪੇਜ 297। ਜਦੋਂ ਯਿਸੂ ਜਾਣ ਲੱਗਾ, ਉਸਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਠਹਿਰੇ ਰਹਿਣਾ ਜਦ ਤੱਕ ਪੈਂਤੇਕੁਸਤ ਨਾ ਆਵੇ, ਜਿਸ ਸਮੇਂ ਉਹੀ ਆਤਮਾ ਜਿਹੜਾ ਉਸ ਉੱਪਰ ਸੀ ਵਾਪਸ ਆਵੇਗਾ ਅਤੇ ਉਹਨਾਂ ਨੂੰ ਭਰ ਦੇਵੇਗਾ। ਤਦ ਉਹ ਬੁਲਾਈ ਹੋਈ ਕਲੀਸਿਆ ਧਰਤੀ ਉੱਪਰ ਉਸ ਦੀ ਜਗ੍ਹਾ ਹੋਵੇਗੀ, ਉਸ ਦਾ ਸਥਾਨ ਲੈਣ ਲਈ। ਅਤੇ ਕਿਉਂਕਿ ਜਿਹੜਾ ਆਤਮਾ ਯਿਸੂ ਵਿੱਚ ਸੀ ਉਹਨਾਂ ਵਿੱਚ ਵੀ ਹੋਵੇਗਾ, ਉਹ ਵੀ ਬਿਲਕੁਲ ਉਸੇ ਕੰਮ ਵਰਗੇ ਕੰਮ ਕਰਨਗੇ। ਅਤੇ ਹਰ ਕੋਈ ਵਾਸਤਵ ਵਿੱਚ ਜਿਹੜਾ ਯਿਸੂ ਮਸੀਹ ਦੀ ਦੇਹ ਦਾ ਹੈ, ਸੱਚੀ ਕਲੀਸਿਆ, ਉਹੀ ਕੰਮ ਕਰੇਗਾ ਜਿਹੜੇ ਯਿਸੂ ਨੇ ਕੀਤੇ ਅਤੇ ਪੈਂਟੀਕੋਸਟਲ ਕਲੀਸਿਆ ਨੇ ਕੀਤੇ, ਕਿਉਂਕਿ ਬਿਲਕੁਲ ਉਹੀ ਆਤਮਾ ਉਹਨਾਂ ਅੰਦਰ ਹੋਵੇਗਾ। ਹਰ ਇੱਕ ਕਲੀਸਿਆ ਜਿਹਦੇ ਕੋਲ ਆਤਮਾ ਅਤੇ ਉਸਦੇ ਪ੍ਰਗਟਾਵੇ ਨਹੀਂ ਹੋਣਗੇ, ਉਹ ਪਰਮੇਸ਼ਰ ਨੂੰ ਇਸ ਦੇ ਲਈ ਜਵਾਬ ਹਿਸਾਬ ਕਿਤਾਬ ਦੇਣ ਜਾ ਰਹੀ ਹੈ।
ਪਿਆਰਿਓ, ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਯਿਸੂ ਮਸੀਹ ਦੇ ਕੰਮ ਪੈਦਾ ਨਹੀਂ ਕਰਦੇ ਅਤੇ ਤੁਹਾਡੀ ਜ਼ਿੰਦਗੀ 'ਚ ਪਵਿੱਤਰ ਆਤਮਾ ਦੀ ਸਮਰੱਥਾ ਤੇ ਪ੍ਰਮਾਣ ਨਹੀਂ ਹੈ, ਤਾਂ ਫਿਰ ਤੁਹਾਨੂੰ ਪਰਮੇਸ਼ਰ ਨੂੰ ਇਸ ਦਾ ਲੇਖਾ ਦੇਣਾ ਪਵੇਗਾ, ਕਿਉਂਕਿ ਅੰਤ ਸਮੇਂ ਦੇ ਲਈ ਉਸ ਦਾ ਇਹ ਵਾਅਦਾ ਹੈ। ਜਿਉਂਦੇ ਪਰਮੇਸ਼ਰ ਦੀ ਕਲੀਸਿਆ ਦੇ ਲਈ ਉਸ ਦਾ ਇਹ ਵਾਅਦਾ ਹੈ ਅਤੇ ਤੁਹਾਨੂੰ ਇਸ ਨੂੰ ਪੈਦਾ ਕਰਨਾ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਇਸ ਦਾ ਹਿਸਾਬ ਤਾਂ ਦੇਣਾ ਪਵੇਗਾ। ਜਦੋਂ ਤੁਸੀਂ ਪੈਂਤੇਕੁਸਤ ਵੱਲ ਵਾਪਸ ਮੁੜਨ ਅਤੇ ਮਸੀਹੀ ਦੇਹ ਦਾ ਹੋਣ ਦਾ ਵਾਅਦਾ ਕਰਦੇ ਹੋ, ਪਰ ਯਿਸੂ ਮਸੀਹ ਦੇ ਕੰਮਾਂ ਨੂੰ ਪੈਦਾ ਨਹੀਂ ਕਰ ਸਕਦੇ ਜਿੱਦਾਂ ਪਹਿਲੀ ਕਲੀਸਿਆ ਨੇ ਕੀਤੇ ਸਨ, ਤਾਂ ਜਾਣੋ ਕਿ ਤੁਸੀਂ ਪਰਮੇਸ਼ਵਰ ਨੂੰ ਇਸ ਗੱਲ ਦਾ ਲੇਖਾ ਦੇਣ ਜਾ ਰਹੇ ਹੋ। ਮੈਂ ਚਾਹੁੰਦਾ ਹਾਂ ਕਿ ਕੋਈ ਮੈਨੂੰ ਵਿਖਾਵੇ ਕਿ ਕਿਹੜਾ ਗਰੁੱਪ ਪੈਂਤੇਕੁਸਤ ਵੱਲ ਵਾਪਸ ਗਿਆ ਹੈ। ਉਹ ਇੱਥੋਂ ਤੱਕ ਕਿ ਕੱਪੜੇ ਵੀ ਠੀਕ ਤਰ੍ਹਾਂ ਦੇ ਨਹੀਂ ਪਾਉਂਦੇ। ਤੁਸੀਂ ਕਹੋਗੇ ਕਿ ਅਸੀਂ ਹੁਣ ਸ਼ਰਅ ਦੇ ਅਧੀਨ ਨਹੀਂ, ਪਰ ਕਿਰਪਾ ਥੱਲੇ ਹਾਂ। ਹੁਣ ਪਰਮੇਸ਼ਵਰ ਸਾਡਾ ਬਾਹਰਲਾ ਰੂਪ ਨਹੀਂ, ਸਗੋਂ ਅੰਦਰਲਾ ਰੂਪ ਵੇਖਦਾ ਹੈ। ਕੀ ਇਹ ਗੱਲ ਇਵੇਂ ਹੀ ਹੈ? ਮੈਂ ਕਹਿੰਦਾ ਹਾਂ ਕਿ ਜਰਾ ਇੱਕ ਵਾਰ ਕਬੂਤਰ ਪਵਿੱਤਰ ਆਤਮਾ ਨੂੰ ਆਪਣੀ ਅਗਵਾਈ ਕਰਨ ਦਿਓ, ਫਿਰ ਇੱਦਾਂ ਦੇ ਤਰਕ ਵਿਤਰਕ ਤੁਹਾਡੇ ਮੂੰਹੋਂ ਨਿਕਲਣੇ ਆਪਣੇ ਆਪ ਬੰਦ ਹੋ ਜਾਣਗੇ। ਉਹ ਖੇਡਾਂ ਦੇ ਮੈਦਾਨਾਂ ਵਿੱਚੋਂ ਅਜੇ ਤੱਕ ਬਾਹਰ ਨਹੀਂ ਨਿਕਲੇ ਹਨ। ਉਹ ਆਪਣੇ ਸਿਰਾਂ ਨੂੰ ਅਜੇ ਤੱਕ ਟੈਲੀਵਿਜ਼ਨਾਂ ਵਿੱਚੋਂ ਬਾਹਰ ਨਹੀਂ ਕੱਢ ਸਕਦੇ। ਹੁਣ ਇਹਨੂੰ ਸੁਣੋ। ਸਤਿ ਕਲੀਸਿਆ ਕਾਲ, ਪੇਜ 201। ਜੇਕਰ ਕਲੀਸਿਆ ਪਿੱਛੇ ਤੀਜੇ ਕਲੀਸਿਆ ਯੁੱਗ ਵਿੱਚ ਆਪਣੇ ਵਿਚਕਾਰ ਜਿਉਂਦੇ ਵਚਨ ਦੇ ਪ੍ਰਕਾਸ਼ ਨੂੰ ਫੜੀ ਰੱਖਦੀ, ਤਾਂ ਪਰਮੇਸ਼ਵਰ ਦੀ ਸਮਰੱਥਾ ਮੱਧਮ ਨਾ ਪੈਂਦੀ ਜਿੱਦਾਂ ਇਹ ਉਹਨਾਂ ਹਨੇਰੇ ਕਾਲਾਂ ਵਿੱਚ ਹੋਈ ਸੀ। ਅਤੇ ਠੀਕ ਅੱਜ ਜਦੋਂ ਕਲੀਸਿਆ ਨੇਚਾ ਵਿੱਚ ਪਰਮੇਸ਼ਵਰ ਦੇ ਵਚਨ ਵੱਲ ਵਾਪਸ ਮੁੜਦੀ ਹੈ, ਤਾਂ ਅਸੀਂ ਬਿਨਾਂ ਕਿਸੇ ਸ਼ੱਕ ਦੇ ਕਹਿ ਸਕਦੇ ਹਾਂ ਕਿ ਪਰਮੇਸ਼ਵਰ ਦੀ ਮਹਿਮਾ ਅਤੇ ਪਰਮੇਸ਼ਵਰ ਦੇ ਅਦਭੁਤ ਕੰਮ ਉਸ ਦੇ ਵਿਚਕਾਰ ਦੁਬਾਰਾ ਹੋਣਗੇ। ਕੀ ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ? ਪਰਮੇਸ਼ਵਰ ਦਾ ਨਬੀ ਤੁਹਾਨੂੰ ਦੱਸ ਰਿਹਾ ਹੈ ਕਿ ਪਰਮੇਸ਼ਵਰ ਦੀ ਸਮਰੱਥਾ ਕਲੀਸਿਆ ਨੂੰ ਕਿਉਂ ਛੱਡ ਗਈ। ਉਹਨਾਂ ਨੇ ਵਚਨ ਨੂੰ ਦੋਗਲਾ ਕਰ ਦਿੱਤਾ। ਕੀ ਇਹ ਠੀਕ ਹੈ? ਅਤੇ ਉਸਨੇ ਕਿਹਾ ਕਿ ਜਦੋਂ ਅਸੀਂ ਵਚਨ ਵੱਲ ਵਾਪਸ ਮੁੜਾਂਗੇ, ਤਦ ਅਸੀਂ ਪਰਮੇਸ਼ਵਰ ਦੀ ਮਹਾਨ ਸਮਰੱਥਾ ਨੂੰ ਵਾਪਸ ਕਲੀਸਿਆ ਵਿੱਚ ਵੇਖਾਂਗੇ। ਠੀਕ ਹੈ, ਹੁਣ ਸਾਡੇ ਲਈ ਇਸ ਦਾ ਵਾਅਦਾ ਕੀਤਾ ਗਿਆ ਹੈ। ਇਹ ਹੈ ਜਿਸ ਦੀ ਪਾਲਣਾ ਮਲਾਕੀ 4 ਦੇ ਪੈਰੋਕਾਰਾਂ ਨੂੰ ਕਰਨੀ ਚਾਹੀਦੀ ਹੈ। ਪਰਮੇਸ਼ਵਰ ਨੇ ਵਿਲੀਅਮ ਬ੍ਰੈਨਹਮ ਨੂੰ ਇੱਕ ਵਚਨ ਦਿੱਤਾ ਹੈ ਕਿ ਉਹਨਾਂ ਸਾਰਿਆਂ ਨੂੰ ਇਹ ਮੰਨਣਾ ਚਾਹੀਦਾ ਹੈ ਅਤੇ ਇਹਦੇ ਪਿੱਛੇ ਚੱਲਣਾ ਚਾਹੀਦਾ ਹੈ। ਅਤੇ ਜੇਕਰ ਉਹਨਾਂ ਨੇ ਅਜਿਹਾ ਕੀਤਾ ਹੁੰਦਾ, ਤਾਂ ਸਾਡੇ ਕੋਲ ਪਹਿਲਾਂ ਹੀ ਆਤਮਾ ਦੀ ਸਮਰੱਥਾ ਤੇ ਪ੍ਰਮਾਣ ਆ ਜਾਣਾ ਸੀ ਅਤੇ ਸੰਸਾਰ ਬੇਦਾਰੀ ਨਾਲ ਬਲ ਜਾਣਾ ਸੀ ਅਤੇ ਰੈਪਚਰ ਦਸਤੂਰ ਵਿੱਚ ਆ ਜਾਣਾ ਸੀ। ਇਹ ਆਤਮਾ ਦਾ ਹੁਕਮ ਭਾਈ ਬ੍ਰੈਨਹਮ ਅਤੇ ਕਲੀਸਿਆ ਨੂੰ ਸੀ, ਪਰ ਉਹਨਾਂ ਨੇ ਅਣਆਗਿਆਕਾਰੀ ਕੀਤੀ ਅਤੇ ਇਹੀ ਕਾਰਨ ਹੈ ਕਿ ਅਜੇ ਤੱਕ ਫਸਲ ਦੀ ਵਾਢੀ ਨਹੀਂ ਹੋਈ ਹੈ। ਭਾਈ ਬ੍ਰੈਨਹਮ ਨੇ ਕਿਹਾ, ਤੁਸੀਂ ਸੰਤ ਪੌਲਸ ਵਾਂਗ ਨੀਲਾ ਅੰਬਰ ਪਾਪ ਨੂੰ ਮਾਰਨ ਵਾਲੀ ਬੇਦਾਰੀ ਵਿੱਚ ਜਾਓਗੇ, ਨਹੀਂ ਤਾਂ ਆਪਣੇ ਜੀਵਨ ਦੇ ਸਾਰੇ ਦਿਨ ਇੱਕ ਸੜੇ ਹੋਏ ਦੁਰਗੰਧ ਯੁਕਤ ਸੇਬ ਦੇ ਉੱਪਰ ਚੁੰਝਾਂ ਮਾਰਦੇ ਰਹੋਗੇ। ਇਹਨੂੰ ਸੁਣੋ। ਸਤਿ ਕਲੀਸਿਆ ਕਾਲ, ਪੇਜ 200। ਇਹਨਾਂ ਆਖਰੀ ਦਿਨਾਂ ਦੇ ਵਿੱਚ ਸੱਚੀ ਦੁਲਹਨ ਕਲੀਸਿਆ ਮਸੀਹ ਦਾ ਬੀਜ ਸਿਰੇ ਦੇ ਪੱਥਰ ਨੂੰ ਆਵੇਗੀ ਅਤੇ ਉਹ ਮਹਾਨ ਕਲੀਸਿਆ ਹੋਵੇਗੀ, ਇੱਕ ਮਹਾਨ ਪੀੜ੍ਹੀ, ਜਿਵੇਂ ਉਹ ਉਸ ਦੇ ਨੇੜੇ ਹੋਣਗੇ। ਜਿਹੜੇ ਦੁਲਹਨ ਦੇ ਵਿੱਚ ਹਨ ਉਹ ਹੂ ਬਹੂ ਉਸ ਦੇ ਵਰਗੇ ਹੋਣਗੇ, ਇੱਥੋਂ ਤੱਕ ਕਿ ਉਸ ਦੇ ਸਰੂਪ ਵਿੱਚ ਹੋਣਗੇ। ਇਹ ਉਸ ਦੇ ਨਾਲ ਇੱਕ ਹੋ ਜਾਣਾ ਹੈ। ਉਹ ਇੱਕ ਹੋਣਗੇ। ਉਹ ਜਿਉਂਦੇ ਪਰਮੇਸ਼ਵਰ ਦੇ ਵਚਨ ਦਾ ਪ੍ਰਗਟਾਵਾ ਹੋਣਗੇ। ਕੀ ਇਹ ਗੱਲਾਂ ਤੁਹਾਨੂੰ ਪੈਂਤੇਕੁਸਤ ਵਾਂਗ ਜਾਪਦੀਆਂ ਹਨ? ਮਹਾਨ ਕਲੀਸਿਆ, ਮਹਾਨ ਪੀੜ੍ਹੀ, ਸਭਾ ਕਹਿੰਦੀ ਹੈ ਆਮੀਨ, ਅਤੇ ਇਹ ਸਿਰੇ ਦੇ ਪੱਥਰ ਦੁਆਰਾ ਹੋਣ ਜਾ ਰਿਹਾ ਹੈ। ਤੁਹਾਡਾ ਜਵਾਬ ਠੀਕ ਉੱਥੇ ਹੈ। ਉਹ ਜਿਸ ਚੀਜ਼ ਦੇ ਹੋਣ ਦਾ ਦਾਅਵਾ ਕਰਦੇ ਹਨ ਉਹ ਉਹਨਾਂ ਕੋਲ ਨਹੀਂ ਹੈ ਅਤੇ ਉਹਨਾਂ ਨੂੰ ਵਾਪਸ ਪੈਂਤੇਕੁਸਤ ਵੱਲ ਜਾਣ ਦੀ ਜ਼ਰੂਰਤ ਹੈ। ਠੀਕ ਹੈ, ਮੈਂ ਨਬੀ ਭਾਈ ਬ੍ਰੈਨਹਮ ਦੇ ਸੰਦੇਸ਼ ਦੁਆਰਾ ਇਹ ਕਹਿ ਰਿਹਾ ਹਾਂ। ਇਸ ਤੋਂ ਵੀ ਵੱਧ ਕੇ ਮੈਂ ਪਰਮੇਸ਼ਵਰ ਦੇ ਸਿੱਧ ਵਚਨ ਦੇ ਆਧਾਰ ਉੱਪਰ ਕਹਿ ਰਿਹਾ ਹਾਂ ਕਿ ਜਦੋਂ ਇਹ ਸੰਦੇਸ਼ ਧਰਤੀ ਤੇ ਆਇਆ ਹੈ, ਤਾਂ ਹਰ ਕਿਸੇ ਨੂੰ ਪਰਮੇਸ਼ਵਰ ਦੇ ਨਬੀ ਦੀ ਆਗਿਆ ਨੂੰ ਮੰਨਣਾ ਚਾਹੀਦਾ ਹੈ। ਸੰਦੇਸ਼ ਨੂੰ ਲਵੋ, ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੀ ਜ਼ਿੰਦਗੀ ਨੂੰ ਸਾਫ਼ ਰੱਖੋ, ਵਿਆਕੁਲਤਾ ਵਿੱਚ ਆ ਜਾਓ, ਪਰਮੇਸ਼ਵਰ ਨੂੰ ਪੁਕਾਰੋ ਕਿ ਉਹ ਆਪਣਾ ਆਤਮਾ ਵਹਾਏ ਅਤੇ ਉਹਨਾਂ ਉੱਪਰ ਸਿਰੇ ਦਾ ਪੱਥਰ ਲੈ ਕੇ ਆਵੇ। ਆਤਮਾ ਦਾ ਵਹਾਇਆ ਜਾਣਾ ਹੀ ਸਿਰੇ ਦਾ ਪੱਥਰ ਹੈ, ਹੈੱਡਸਟੋਨ ਹੈ। ਹੁਣ ਇਹਨੂੰ ਸੁਣੋ। ਸਤਿ ਕਲੀਸਿਆ ਕਾਲ, ਪੇਜ 202। ਜਿਹੜੇ ਦੁਲਹਨ ਦੇ ਵਿੱਚ ਹਨ ਉਸ ਦੀ ਮਰਜ਼ੀ ਨੂੰ ਪੂਰਾ ਕਰਨਗੇ। ਕੋਈ ਹੋਰ ਉਹਨਾਂ ਤੋਂ ਕੁਝ ਹੋਰ ਨਹੀਂ ਕਰਵਾ ਸਕਦਾ। ਉਹਨਾਂ ਦੇ ਕੋਲ ਯਹੋਵਾ ਇੰਜ ਫਰਮਾਉਂਦਾ ਹੈ ਵਾਲਾ ਵਚਨ ਹੋਵੇਗਾ ਜਾਂ ਉਹ ਚੁੱਪ ਰਹਿਣਗੇ। ਉਹ ਜਾਣਦੇ ਹਨ ਕਿ ਇਹ ਪਰਮੇਸ਼ਵਰ ਹੈ ਜਿਹੜਾ ਉਹਨਾਂ ਵਿੱਚ ਕੰਮ ਕਰ ਰਿਹਾ ਹੈ, ਆਪਣੇ ਵਚਨ ਨੂੰ ਪੂਰਾ ਕਰ ਰਿਹਾ ਹੈ। ਉਸਨੇ ਇੱਥੇ ਰਹਿੰਦਿਆਂ ਆਪਣੀ ਧਰਤੀ ਦੀ ਸੇਵਕਾਈ ਦੌਰਾਨ ਆਪਣੇ ਸਾਰੇ ਕੰਮਾਂ ਨੂੰ ਪੂਰਾ ਨਹੀਂ ਕੀਤਾ ਸੀ, ਸੋ ਹੁਣ ਉਹ ਦੁਲਹਨ ਦੇ ਵਿੱਚ ਅਤੇ ਇਸ ਦੇ ਰਾਹੀਂ ਕੰਮ ਕਰਦਾ ਹੈ।
ਉਹ ਇਸ ਨੂੰ ਜਾਣਦੀ ਹੈ ਕਿ ਉਸਦੇ ਵਾਸਤੇ ਕੁਝ ਨਿਸ਼ਚਿਤ ਕੰਮਾਂ ਨੂੰ ਕਰਨ ਦਾ ਸਮਾਂ ਅਜੇ ਨਹੀਂ ਸੀ ਆਇਆ ਅਤੇ ਉਹ ਹੁਣ ਜ਼ਰੂਰ ਕਰੇਗਾ, ਪਰੰਤੂ ਇਸ ਖਾਸ ਸਮੇਂ ਦੇ ਲਈ ਛੱਡੇ ਗਏ ਕੰਮ ਨੂੰ ਉਹ ਦੁਲਹਨ ਦੇ ਰਾਹੀਂ ਪੂਰਾ ਕਰੇਗਾ। ਨਬੀ ਦਾ ਇਹ ਹਵਾਲਾ ਉਹਨਾਂ ਲੋਕਾਂ ਨੂੰ ਲਾਜਵਾਬ ਕਰ ਦਿੰਦਾ ਹੈ ਜਿਹੜੇ ਭਾਈ ਬ੍ਰਨਮ ਦੇ ਦੁਬਾਰਾ ਜੀ ਉੱਠ ਕੇ ਸੇਵਕਾਈ ਕਰਨ 'ਚ ਵਿਸ਼ਵਾਸ ਕਰਦੇ ਹਨ। ਪਰਮੇਸ਼ਰ ਦੇ ਨਬੀ ਨੇ ਆਖਿਆ, ਜੋ ਕੁਝ ਰਹਿ ਗਿਆ ਹੈ ਉਹ ਹੁਣ ਦੁਲਹਨ ਦੇ ਰਾਹੀਂ ਪੂਰਾ ਹੋਵੇਗਾ। ਬੈਠੇ ਰਹਿ ਕੇ ਭਾਈ ਬ੍ਰਨਮ ਦੇ ਜੀ ਉੱਠਣ ਦੀ ਇੰਤਜ਼ਾਰ ਨਾ ਕਰੋ, ਨਹੀਂ, ਇਹ ਹੁਣ ਦੁਲਹਨ ਦੇ ਰਾਹੀਂ ਪੂਰਾ ਹੋਵੇਗਾ ਅਤੇ ਉਸਦੇ ਕੋਲ ਯਹੋਵਾ ਇੰਜ ਫਰਮਾਉਂਦਾ ਹੈ ਵਾਲਾ ਵਚਨ ਹੋਵੇਗਾ ਜਾਂ ਉਹ ਚੁੱਪ ਰਹੇਗੀ। ਦੂਜੇ ਸ਼ਬਦਾਂ 'ਚ ਉਹ ਸਾਰੇ ਸੰਸਾਰ ਵਿੱਚ ਦੌੜਨ ਭੱਜਣ ਨਹੀਂ ਜਾ ਰਹੀ ਹੈ, ਉਹ ਨਹੀਂ ਜਾਵੇਗੀ ਅਤੇ ਤਦ ਤੱਕ ਖੁਸ਼ਖਬਰੀ ਦਾ ਅਸਲੀ ਪ੍ਰਚਾਰ ਨਹੀਂ ਕਰੇਗੀ ਜਦ ਤੱਕ ਪਰਮੇਸ਼ਰ ਦੇ ਕੰਮ ਉਸ ਵਿੱਚ ਪ੍ਰਗਟ ਨਾ ਹੋ ਜਾਣ। ਠੀਕ 7 ਕਲੀਸਿਆ ਕਾਲ ਕਿਤਾਬ ਵਿੱਚ ਇਹ ਪਰਮੇਸ਼ਰ ਦੀ ਦੁਲਹਨ ਦੇ ਲਈ ਯੋਜਨਾ ਹੈ, ਪਰਮੇਸ਼ਰ ਦੀ ਤੁਹਾਡੇ ਲਈ ਇਹ ਯੋਜਨਾ ਹੈ, ਪਰਮੇਸ਼ਰ ਦੀ ਕਲੀਸਿਆ ਦੇ ਲਈ ਇਹ ਯੋਜਨਾ ਹੈ। ਇਹ ਨਬੀ ਦੇ ਦਿਸ਼ਾ ਨਿਰਦੇਸ਼ ਹਨ, ਇਹ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਦੁਲਹਨ ਦੇ ਲਈ ਦਿਸ਼ਾ ਨਿਰਦੇਸ਼ ਹਨ। ਉਹ ਜਾਣ ਲਵੇਗੀ ਕਿ ਪਰਮੇਸ਼ਰ ਉਸ ਦੇ ਵਿੱਚ ਕੰਮ ਕਰ ਰਿਹਾ ਹੈ ਅਤੇ ਆਪਣੀ ਸਮਰੱਥਾ ਨੂੰ ਉਸ ਵਿੱਚ ਪ੍ਰਗਟ ਕਰ ਰਿਹਾ ਹੈ, ਨਹੀਂ ਤਾਂ ਕੋਈ ਹੋਰ ਉਸ ਤੋਂ ਕੁਝ ਹੋਰ ਕਰਵਾ ਹੀ ਨਹੀਂ ਸਕਦਾ। ਇਸ ਸੰਦੇਸ਼ ਦਾ ਇਹੀ ਦਰਸ਼ਨ ਹੈ, ਇਸ ਦੇ ਵਿਰੋਧ ਵਿੱਚ ਹਰ ਇੱਕ ਗੱਲ ਸ਼ੈਤਾਨੀ ਹੈ। ਹਰ ਕੋਈ ਜਿਹੜਾ ਤੁਹਾਨੂੰ ਇਹ ਦੱਸਦਾ ਹੈ ਕਿ ਸੰਸਾਰ ਵਿੱਚ ਠੀਕ ਹੋਣ, ਖੁਸ਼ਖਬਰੀ ਦਾ ਪ੍ਰਚਾਰ ਸਪੋਕਨ ਵਰਡ ਕਿਤਾਬਾਂ ਦੁਆਰਾ ਹੋ ਰਿਹਾ ਹੈ ਅਤੇ ਗਰਜਾਂ ਦੁਆਰਾ ਹੋ ਰਿਹਾ ਹੈ ਅਤੇ ਰੈਪਚਰ ਕਿਸੇ ਵੀ ਘੜੀ ਹੋਣ ਜਾ ਰਿਹਾ ਹੈ, ਉਹ ਸ਼ੈਤਾਨ ਦੁਆਰਾ ਗੁੰਮਰਾਹ ਹੋ ਚੁੱਕਾ ਹੈ ਅਤੇ ਧੋਖੇ ਦੇ ਵਿੱਚ ਹੈ। ਇਸ ਸਾਰੇ ਸੰਦੇਸ਼ ਦਾ ਸਧਾਰਨ ਦਰਸ਼ਨ ਇਹ ਹੈ, ਆਪਣੇ ਆਪ ਨੂੰ ਪਵਿੱਤਰ ਕਰਨਾ, ਆਪਣੇ ਕੰਮਾਂ ਦੇ ਆਲੇ ਦੁਆਲੇ ਰੁੱਝੇ ਰਹਿਣ ਨੂੰ ਛੱਡੋ, ਬੇਫਾਇਦਾ ਬੇਹੂਦਗੀਆਂ ਵਿੱਚ ਰੁੱਝੇ ਰਹਿਣ ਨੂੰ ਛੱਡੋ। ਇਹ ਨਾ ਹੋਵੇ ਕਿ ਹਰ ਕੋਈ ਤੁਹਾਨੂੰ ਅਫਰੀਕਾ ਤੋਂ ਹਿੰਦੁਸਤਾਨ, ਹਿੰਦੁਸਤਾਨ ਤੋਂ ਚੀਨ ਦੌੜਾਉਂਦਾ ਫਿਰੇ ਤੇ ਤੁਸੀਂ ਆਪਣੇ ਇੱਕ ਹੱਥ ਵਿੱਚ ਸਪੋਕਨ ਵਰਡ ਕਿਤਾਬ ਅਤੇ ਦੂਜੀ ਹੱਥ ਵਿੱਚ ਟੇਪ ਰਿਕਾਰਡਰ ਲੈ ਕੇ ਕਦੇ ਕੈਨੇਡਾ, ਕਦੇ ਦੱਖਣੀ ਅਮਰੀਕਾ ਦੇ ਟਾਪੂਆਂ, ਕਦੇ ਕੈਰੇਬੀਅਨ ਮੁਲਕਾਂ ਵੱਲ ਜਾਂਦੇ ਰਹੋ ਅਤੇ ਆਪਣਾ ਸਮਾਂ ਬਰਬਾਦ ਕਰੋ। ਜਿਹੜਾ ਸਮਾਂ ਤੁਸੀਂ ਬਰਬਾਦ ਕਰ ਰਹੇ ਹੋ, ਇਹ ਸਮਾਂ ਤੁਹਾਡੀਆਂ ਜਾਨਾਂ ਦੇ ਉਸ ਆਖਰੀ ਬਾਰਿਸ਼ ਵਾਸਤੇ ਤਿਆਰ ਹੋਣ ਦਾ ਹੈ। ਕੋਈ ਵੀ ਦੁਲਹਨ ਤੋਂ ਕੁਝ ਹੋਰ ਕਰਵਾ ਹੀ ਨਹੀਂ ਸਕੇਗਾ। ਉਸਦੇ ਕੋਲ ਯਹੋਵਾ ਇੰਜ ਫਰਮਾਉਂਦਾ ਹੈ ਵਾਲਾ ਵਚਨ ਹੋਵੇਗਾ ਜਾਂ ਉਹ ਚੁੱਪ ਰਹੇਗੀ। ਨਬੀ ਦੇ ਇਹ ਕਹਿਣ ਦਾ ਕੀ ਮਤਲਬ ਹੈ? ਉਹ ਜਾਣ ਲਵੇਗੀ ਕਿ ਪਰਮੇਸ਼ਰ ਉਸ ਦੇ ਰਾਹੀਂ ਕੰਮ ਕਰ ਰਿਹਾ ਹੈ, ਨਹੀਂ ਤਾਂ ਉਹ ਕਿਧਰੇ ਵੀ ਨਹੀਂ ਜਾਵੇਗੀ। ਇਹ ਮਿਸ਼ਨ ਹੈ। ਮੇਰੇ ਭੈਣੋ ਤੇ ਭਰਾਵੋ, ਮੈਂ ਹੁਣੇ ਤੁਹਾਡੇ ਲਈ ਪੜ੍ਹਿਆ ਹੈ ਕਿ ਪਰਮੇਸ਼ਰ ਦੀ ਅੰਤ ਸਮੇਂ ਦੀ ਦੁਲਹਨ ਲਈ ਕੀ ਯੋਜਨਾ ਹੈ। ਕੋਈ ਅੱਗੇ ਆਵੇ ਅਤੇ ਇਸ ਨੂੰ ਹੁਣ ਗਲਤ ਸਾਬਤ ਕਰਕੇ ਵਿਖਾਏ। ਪਵਿੱਤਰ ਆਤਮਾ ਦੀ ਇਹ ਸਮਰੱਥਾ ਅਤੇ ਪ੍ਰਮਾਣ ਸਿਰੇ ਦੇ ਪੱਥਰ ਹੈੱਡ ਸਟੋਨ ਦੁਆਰਾ ਆਉਣ ਜਾ ਰਿਹਾ ਹੈ ਅਤੇ ਇਸ ਸਿਰੇ ਦਾ ਪੱਥਰ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਹੈ। ਸਿਰੇ ਦਾ ਪੱਥਰ ਹੀ ਪੈਂਤੇਕੁਸਤ ਦੀ ਵਾਪਸੀ ਹੈ। ਭਰਾਵੋ, ਇਹ ਸਮਾਂ ਬੁੜਬੁੜ ਕਰਨ ਅਤੇ ਫਾਲਤੂ ਦੀ ਗੱਪਸ਼ਪ ਕਰਨ ਲਈ ਨਹੀਂ ਹੈ। ਇਹ ਉਹ ਸਮਾਂ ਨਹੀਂ ਹੈ ਕਿ ਕੋਈ ਤੁਹਾਨੂੰ ਤੁਹਾਡੇ ਰਸਤੇ ਤੋਂ ਭਟਕਾ ਦੇਵੇ ਅਤੇ ਤੁਹਾਡਾ ਸਮਾਂ ਬਰਬਾਦ ਕਰਨ ਦਾ ਕਾਰਨ ਬਣੇ ਅਤੇ ਫਿਰ ਤੁਸੀਂ ਸੋਚਦੇ ਰਹੋ ਕਿ ਤੁਸੀਂ ਪਰਮੇਸ਼ਰ ਦੀ ਸੇਵਾ ਕਰ ਰਹੇ ਹੋ। ਇਹ ਸਮਾਂ ਜਗਵੇਦੀ ਤੇ ਡਿੱਗਣ ਦਾ ਹੈ। ਇਹ ਸਮਾਂ ਆਪਣੀਆਂ ਜਾਨਾਂ ਨੂੰ ਸਾਫ਼ ਕਰਨ ਦਾ ਹੈ। ਜਾ ਅਤੇ ਉਹਨਾਂ ਸਾਰਿਆਂ ਦੇ ਮੱਥੇ ਉੱਤੇ ਨਿਸ਼ਾਨ ਲਗਾ ਦੇ ਜਿਹੜੇ ਉਹਨਾਂ ਸਾਰੇ ਘਿਨੌਣੇ ਕੰਮਾਂ ਦੇ ਕਾਰਨ ਆਹਾਂ ਭਰਦੇ ਅਤੇ ਰੋਂਦੇ ਹਨ ਜੋ ਸ਼ਹਿਰ ਵਿੱਚ ਕੀਤੇ ਜਾਂਦੇ ਹਨ। ਹਾਂ, ਇਹ ਹਿਜ਼ਕੀਏਲ 9 ਅਧਿਆਇ ਹੈ। ਇਹ ਉਹ ਸਮਾਂ ਹੈ ਦੋਸਤ, ਕਿ ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਕੁਝ ਅਜਿਹਾ ਹੈ ਜੋ ਪਰਮੇਸ਼ਰ ਦੇ ਵਚਨ ਦੇ ਵਿਰੁੱਧ ਹੈ, ਤਾਂ ਤੁਹਾਨੂੰ ਉਸ ਨੂੰ ਸਾਫ਼ ਕਰਨਾ ਸ਼ੁਰੂ ਕਰਨ ਦੀ ਬੇਹੱਦ ਜ਼ਰੂਰਤ ਹੈ। ਇਹ ਸਮਾਂ ਇਹ ਦੇਖਣ ਦੇ ਲਈ ਨਹੀਂ ਹੈ ਕਿ ਤੁਸੀਂ ਕਿੰਨੇ ਜ਼ਿਆਦਾ ਪੈਸੇ ਕਮਾ ਸਕਦੇ ਹੋ, ਤੁਸੀਂ ਕਿੰਨੀ ਜ਼ਿਆਦਾ ਪੜ੍ਹਾਈ ਲਿਖਾਈ ਆਪਣੇ ਸਿਰ ਵਿੱਚ ਰੱਖ ਸਕਦੇ ਹੋ, ਕਿਸ ਇਨਸਾਨ ਨੂੰ ਤੁਸੀਂ ਖੁਸ਼ ਕਰ ਸਕਦੇ ਹੋ, ਦੂਜੇ ਆਦਮੀ ਨੂੰ ਕਿੰਨਾ ਜ਼ਿਆਦਾ ਖੁਸ਼ ਕਰ ਸਕਦੇ ਹੋ, ਮਾਂ ਪਿਓ ਨੂੰ ਖੁਸ਼ ਕਰ ਸਕਦੇ ਹੋ ਜਾਂ ਪਤਨੀ ਬੱਚਿਆਂ ਨੂੰ ਖੁਸ਼ ਕਰ ਸਕਦੇ ਹੋ। ਭਰਾਵੋ, ਖੁਸ਼ਖਬਰੀ ਬਿਲਕੁਲ ਸਧਾਰਨ ਹੈ। ਇਸ ਸਿਰੇ ਦਾ ਪੱਥਰ ਕਲੀਸਿਆ ਕੋਲ ਆ ਰਿਹਾ ਹੈ ਅਤੇ ਤੁਹਾਨੂੰ ਇਸ ਪਵਿੱਤਰਤਾਈ ਦੇ ਸੰਦੇਸ਼ ਦੁਆਰਾ ਆਪਣੀਆਂ ਜਾਨਾਂ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਇਸ ਵਚਨ ਦੇ ਵਿੱਚ ਦਿਨ ਅਤੇ ਰਾਤ ਪਏ ਰਹਿਣ ਦੀ ਲੋੜ ਹੈ ਜਦ ਤੱਕ ਤੁਹਾਨੂੰ ਮਨੁੱਖ ਦੇ ਪੁੱਤਰ ਦੀ ਪ੍ਰਕਾਸ਼ਨ ਦੁਆਰਾ ਸਮਝ ਨਾ ਲੱਗ ਜਾਵੇ। ਵਿਲੀਅਮ ਬ੍ਰੈਨਮ ਤੋਂ ਬਾਅਦ ਮਨੁੱਖ ਦੇ ਪੁੱਤਰ ਦਾ ਪ੍ਰਗਟ ਹੋਣਾ ਸੀ। ਜੀ ਸ਼੍ਰੀਮਾਨ,
ਅਤੇ ਆਪਣੇ ਆਪ ਨੂੰ ਉਸ ਚਟਾਨ ਤੇ ਖੜੇ ਰਹਿਣ ਦੇ ਲਈ ਜਿੱਥੇ ਮੌਤ ਤੇ ਪਤਾਲ ਦੇ ਫਾਟਕ ਪ੍ਰਬਲ ਨਹੀਂ ਹੋ ਸਕਦੇ, ਤੁਹਾਨੂੰ ਮਨੁੱਖ ਦੇ ਪੁੱਤਰ ਦੇ ਪ੍ਰਕਾਸ਼ਨ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਹ ਪ੍ਰਕਾਸ਼ਨ ਮੋਹਰਾਂ ਦੇ ਖੁੱਲ੍ਹਣ ਦੁਆਰਾ ਬਾਹਰ ਆਇਆ ਹੈ। ਜਦੋਂ ਤੋਂ ਮੋਹਰਾਂ ਖੁੱਲੀਆਂ ਦੋਸਤੋ, ਇਸਨੇ ਦੋ ਮਹਾਨ ਪ੍ਰਕਾਸ਼ਨ ਧਰਤੀ ਉੱਪਰ ਛੱਡੇ। ਉਹਨਾਂ ਵਿੱਚੋਂ ਇੱਕ ਪ੍ਰਕਾਸ਼ਨ ਵਿਨਾਸ਼ ਦਾ ਪੁੱਤਰ ਸੀ, ਪਹਿਲੀਆਂ 4 ਮੋਹਰਾਂ, ਅਤੇ ਦੂਜਾ ਮਹਾਨ ਪ੍ਰਕਾਸ਼ਨ ਮਨੁੱਖ ਦਾ ਪੁੱਤਰ ਸੀ। ਇਹਨਾਂ ਦੋਵਾਂ ਪ੍ਰਕਾਸ਼ਨਾਂ ਉੱਤੇ ਬਾਈਬਲ ਦੇ ਸਾਰੇ ਭੇਤ ਲਟਕੇ ਹੋਏ ਹਨ। ਇਹਨਾਂ ਦੋਵਾਂ ਪ੍ਰਕਾਸ਼ਨਾਂ ਉੱਤੇ ਭਾਈ ਬ੍ਰਨਮ ਦੇ ਸਾਰੇ ਸੰਦੇਸ਼ਾਂ ਦੇ ਸਾਰੇ ਭੇਤ ਲਟਕੇ ਹੋਏ ਹਨ। ਮਨੁੱਖ ਦੇ ਪੁੱਤਰ ਦੇ ਪ੍ਰਕਾਸ਼ਨ ਤੋਂ ਬਗੈਰ ਤੁਸੀਂ ਇਸ ਬਾਰਿਸ਼ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਦੋਂ ਪਤਰਸ ਨੇ ਇਕਰਾਰ ਕੀਤਾ ਕਿ ਮਨੁੱਖ ਦੇ ਪੁੱਤਰ ਦਾ ਪ੍ਰਕਾਸ਼ਨ, ਸਿਰਫ ਉਦੋਂ ਹੀ ਯਿਸੂ ਨੇ ਉਹਨੂੰ ਕਿਹਾ, ਇਸ ਚਟਾਨ ਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ। ਹੁਣ ਕਲੀਸਿਆ ਅਜੇ ਤੱਕ ਬਣੀ ਨਹੀਂ ਸੀ। ਉਹਨੇ ਆਖਿਆ, ਇਸ ਚਟਾਨ ਉੱਪਰ ਮੈਂ ਆਪਣੀ ਕਲੀਸਿਆ ਬਣਾਵਾਂਗਾ। ਤੁਸੀਂ ਜਾਣਦੇ ਹੋ ਕਿ ਕਲੀਸਿਆ ਕਦੋਂ ਬਣੀ ਸੀ? ਪੈਂਤੇਕੁਸਤ ਦੇ ਦਿਨ ਮਨੁੱਖ ਦੇ ਪੁੱਤਰ ਦੇ ਪ੍ਰਕਾਸ਼ਨ ਉੱਪਰ, ਉਸ ਆਤਮਿਕ ਚਟਾਨ ਦੇ ਪ੍ਰਕਾਸ਼ਨ ਉੱਪਰ ਕਲੀਸਿਆ ਬਣੀ ਸੀ। ਅਤੇ ਜੇਕਰ ਤੁਸੀਂ ਇਸ ਨੂੰ ਨਹੀਂ ਸਮਝਦੇ ਤਾਂ ਤੁਹਾਨੂੰ ਰੋਣਾ ਅਤੇ ਚਲਾਉਣਾ ਚਾਹੀਦਾ ਹੈ। ਤੁਹਾਨੂੰ ਹਰ ਸੰਗੀਤ ਵਿੱਚ, ਆਪਣੀ ਪ੍ਰਾਰਥਨਾ ਵਿੱਚ ਪਰਮੇਸ਼ਰ ਦੇ ਕੋਲ ਇਸ ਦੇ ਲਈ ਗਿੜਗਿੜਾਉਣਾ ਚਾਹੀਦਾ ਹੈ। ਜਦ ਕਿ ਤੁਸੀਂ ਵਚਨ ਦਾ ਅਧਿਐਨ ਕਰਦੇ ਹੋ, ਕਹੋ, ਪ੍ਰਭੂ ਮੈਨੂੰ ਇਹਦੀ ਸਮਝ ਦੇ, ਮਨੁੱਖ ਦੇ ਪੁੱਤਰ ਦਾ ਪ੍ਰਕਾਸ਼ਨ ਮੈਨੂੰ ਦੇ। ਇਸ ਪ੍ਰਕਾਸ਼ਨ ਤੋਂ ਬਿਨਾਂ ਮੈਂ ਉਸ ਆਤਮਾ ਦੀ ਬਾਰਿਸ਼ ਨੂੰ ਹਾਸਲ ਨਹੀਂ ਕਰ ਸਕਦਾ। ਬੱਚਿਓ, ਤੁਹਾਡੇ ਲਈ ਪਰਮੇਸ਼ਵਰ ਦੀ ਇਹ ਯੋਜਨਾ ਹੈ ਅਤੇ ਤੁਸੀਂ ਛਲ ਕਪਟ ਜਾਂ ਚਤੁਰਾਈ ਦੀਆਂ ਕਥਾ ਕਹਾਣੀਆਂ ਦਾ ਪਿੱਛਾ ਨਹੀਂ ਕੀਤਾ ਜਦੋਂ ਅਸੀਂ ਤੁਹਾਨੂੰ ਪ੍ਰਭੂ ਦੀ ਆਮਦ ਬਾਰੇ ਦੱਸਿਆ, ਪਰੰਤੂ ਅਸੀਂ ਅਗਮ ਵਾਕ ਦੇ ਪੱਕੇ ਵਚਨ ਦਾ ਪਿੱਛਾ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਪਵਿੱਤਰ ਆਤਮਾ ਦੀ ਬਾਰਿਸ਼ ਹੋਵੇਗੀ। ਤੁਸੀਂ ਮਨੁੱਖ ਦੇ ਪੁੱਤਰ ਦੇ ਪ੍ਰਕਾਸ਼ਨ ਨੂੰ ਸੁਣ ਰਹੇ ਹੋ। ਇਹ ਮਲਾਕੀ 4 ਦੇ ਪੈਰੋਕਾਰਾਂ ਲਈ ਅਜਨਬੀ ਹੈ। ਉਹਨਾਂ ਕਦੇ ਵੀ ਬੈਠ ਕੇ ਇਹ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੋਹਰਾਂ ਖੁੱਲ੍ਹਣ ਵੇਲੇ ਕੀ ਹੋਇਆ। ਮਨੁੱਖ ਦੇ ਪੁੱਤਰ ਦੇ ਪ੍ਰਕਾਸ਼ਨ ਤੋਂ ਬਿਨਾਂ ਤੁਸੀਂ ਉਸ ਬਾਰਿਸ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਅਤੇ ਉਸ ਬਾਰਿਸ਼ ਤੋਂ ਬਿਨਾਂ ਤੁਸੀਂ ਰੈਪਚਰ ਵਿੱਚ ਨਹੀਂ ਜਾ ਸਕਦੇ। ਤਸਵੀਰ ਬਿਲਕੁਲ ਸਪਸ਼ਟ ਹੈ। ਭਾਈ ਬ੍ਰਨਮ ਨੇ ਕਿਹਾ ਕਿ ਸਵਰਗ ਤੋਂ ਇੱਕ ਆਵਾਜ਼ ਹਨੇਰੀ ਦੀ ਗੂੰਜ ਵਰਗੀ ਆਵੇਗੀ, ਜਿਹੜੀ ਦੁਲਹਨ ਦੇ ਵਿੱਚ ਪਵਿੱਤਰ ਆਤਮਾ ਦਾ ਅਜਿਹਾ ਬਪਤਿਸਮਾ ਲਿਆਵੇਗੀ ਜਿਹੜਾ ਉਹਨੂੰ ਇਸ ਧਰਤੀ ਤੋਂ ਉੱਪਰ ਉਠਾ ਕੇ ਰੈਪਚਰ ਵਿੱਚ ਲੈ ਜਾਵੇਗਾ। 3 ਤਰ੍ਹਾਂ ਦੇ ਵਿਸ਼ਵਾਸੀ। ਕਿੰਨੇ ਜਾਣੇ ਇਹਦੀ ਰਾਹ ਤੱਕ ਰਹੇ ਹਨ? ਅਸੀਂ ਇਹਨੂੰ ਪਾਉਣ ਦੇ ਲਈ ਇਸ ਨੂੰ ਤੱਕ ਰਹੇ ਹਾਂ। ਇਹ ਸਿਰੇ ਦਾ ਪੱਥਰ ਹੈ। ਇਹ ਬਿਲਕੁਲ ਸਿਰੇ ਦੇ ਪੱਥਰ ਵਾਂਗ ਹੈ। ਪਹਿਲੀ ਕਲੀਸਿਆ ਵਿੱਚ ਇਸ ਨੂੰ ਖੂੰਜੇ ਦਾ ਪੱਥਰ ਕਿਹਾ ਗਿਆ, ਪਰ ਹੁਣ ਇਹਨੂੰ ਸਿਰੇ ਦਾ ਪੱਥਰ ਕਿਹਾ ਗਿਆ ਹੈ ਕਿਉਂਕਿ ਪਿਰਾਮਿਡ ਉੱਪਰ ਤੱਕ ਬਣ ਗਿਆ ਹੈ। ਇਹ ਬਿਲਕੁਲ ਉਹੀ ਚੀਜ਼ ਹੈ, ਉਹੀ ਪਵਿੱਤਰ ਆਤਮਾ ਦਾ ਵਹਾਇਆ ਜਾਣਾ। ਜੇਕਰ ਤੁਸੀਂ ਮਨੁੱਖ ਦੇ ਪੁੱਤਰ ਦਾ ਪ੍ਰਕਾਸ਼ਨ ਨਹੀਂ ਸਮਝਦੇ ਹੋ, ਬੱਚਿਓ, ਪਰਮੇਸ਼ਵਰ ਅੱਗੇ ਗਿੜਗਿੜਾਓ, ਪ੍ਰਭੂ ਮਨੁੱਖ ਦੇ ਪੁੱਤਰ ਦੀ ਸਮਝ ਮੈਨੂੰ ਬਖਸ਼। ਅਤੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦਾ ਸਾਫ਼ ਅਤੇ ਸਪਸ਼ਟ ਪ੍ਰਕਾਸ਼ਨ ਪ੍ਰਾਪਤ ਕਰ ਲੈਂਦੇ ਹੋ, ਤਦ ਤੁਸੀਂ ਸੱਚਮੁੱਚ ਨਵਾਂ ਜਨਮ ਪ੍ਰਾਪਤ ਕਰਦੇ ਹੋ। ਨਵਾਂ ਜਨਮ ਪ੍ਰਾਪਤ ਕਰਨ ਤੋਂ ਬਾਅਦ ਤਦ ਪਵਿੱਤਰ ਆਤਮਾ ਦਾ ਬਪਤਿਸਮਾ ਆਉਂਦਾ ਹੈ।